ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕਰੋ ਕਿਰਪਾ ਸਾਰੇ ਆਖੋ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਜੁੜ ਕੇ ਆਖੋ ਜੀ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਫਿਰ ਜੁੜੋ ਜੀ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਬੇਸਮਾਰ ਅਥਾਹ ਅਗਣਤ ਅਤੁਲੈ ਬੇਸਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਸਤ ਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਨਜ਼ਰੇ ਅਨਾਇਤ ਦਾ ਸਦਕਾ ਆਪ ਜੀ ਅੱਜ ਹਫ਼ਤਾਵਾਰੀ ਦੀਵਾਨ ਦੇ ਵਿੱਚ ਗਰੀਬ ਨਵਾਜ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਘਰਾਂ ਘਰਾਂ ਤੋਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਗੱਡੀਆਂ ਲੈ ਕੇ ਗੁਰੂ ਦਰ ਨੂੰ ਦੌੜੇ ਹੋ। ਇਹ ਪਿਆਸ ਸਿੱਖ ਦੇ ਮਨ ਵਿੱਚ ਸਤਿਗੁਰੂ ਕਿਰਪਾ ਕਰੇ ਹੋਰ ਤਤਪਰ ਹੋਵੇ। ਜਿਹੜੀ ਹਫ਼ਤਾਵਾਰੀ ਦੀਵਾਨ ਦੀ ਪਿਆਸ ਆ ਇਹ ਰੋਜ਼ ਦੀ ਬਣ ਜਾਏ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰੂ ਦੇ ਸਿੱਖ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੇ ਨੇ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਮਨ ਵਿੱਚ ਵਿਚਾਰ ਆ ਰਹੀ ਸੀ ਕਿ ਇਸ ਧਰਤੀ ਨੂੰ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਇਹ ਨਿਰਦਈ ਧਰਤੀ, ਮਗਰ ਵੇਖਣ ਵਿੱਚ ਇਸ ਤਰ੍ਹਾਂ ਆਇਆ ਹੈ ਕਿ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਮਨ ਵਿੱਚ ਗੁਰੂ ਦੀ ਪ੍ਰੀਤੀ ਜ਼ਿਆਦਾ ਹੈ। ਆਪਾਂ ਅਕਸਰ ਕਹਿੰਦੇ ਹਾਂ ਜਿੰਨਾ ਇਨਸਾਨ ਨੇੜੇ ਹੁੰਦਾ ਹੈ ਓਨਾ ਹੀ ਦੂਰ ਹੁੰਦਾ ਹੈ, ਜਿੰਨਾ ਦੂਰ ਹੁੰਦਾ ਹੈ ਓਨਾ ਹੀ ਨੇੜੇ ਹੁੰਦਾ ਹੈ। ਐਤਵਾਰ ਆਪ ਜੀ ਨੂੰ ਗੱਡੀਆਂ ਲੈ ਕੇ ਗੁਰੂ ਘਰ ਵੱਲ ਨੂੰ ਦੌੜਦਿਆਂ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਇੰਡੀਆ ਵਿੱਚ ਵੀ ਐਤਵਾਰ ਆਉਂਦਾ ਹੈ, ਮਗਰ ਬਹੁਤ ਘੱਟ ਰੂਹਾਂ, 100 ਦੇ ਵਿੱਚੋਂ 25% ਰੂਹਾਂ ਜਿਹੜੀਆਂ ਸ੍ਰੀ ਹਰਿਮੰਦਰ ਦੇ ਦਰਸ਼ਨ ਕਰਨ ਜਾਂਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ, ਅਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗੁਰੂ ਘਰ ਵਿੱਚ ਜਾਂਦੀਆਂ। 75% ਲੋਕ ਕੇਵਲ ਸਵੇਰੇ ਉੱਠਦੇ ਨੇ, ਸਿਰ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕਹਿੰਦੇ ਅੱਜ ਹਫ਼ਤਾਵਾਰੀ ਛੁੱਟੀ ਦਾ ਦਿਨ ਹੈ, ਛੁੱਟੀ ਮਨਾਓ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਆਦਿਤ ਕਰੇ ਭਗਤ ਆਰੰਭ। ਐਤਵਾਰ ਤਾਂ ਭਗਤੀ ਆਰੰਭ ਕਰਨੀ ਚਾਹੀਦੀ ਕਿਉਂਕਿ ਛੁੱਟੀ ਦਾ ਦਿਨ ਹੈ, ਸਾਰਾ ਦਿਨ ਵਿਹਲੇ ਆ, ਗੁਰੂ ਦੇ ਕੋਲ ਜਾਓ। ਜਿਹੜੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪੂਰਨੇ ਪਾਏ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਦਰਗਾਹ ਦੇ ਵਿੱਚ ਜਗ੍ਹਾ ਹੀ ਤਾਂ ਮਿਲਦੀ ਆ ਜੇ ਜੀਵ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਵੇ। ਇਹ ਬਾਣੀ ਦੇ ਫੈਸਲੇ ਮੇਰੇ ਨਹੀਂ। ਜੇ ਜੀਵ ਸੇਵਾ ਕਰੇ, ਐਤਵਾਰ ਵਾਲੇ ਦਿਨ ਇਹਦੇ ਮਨ ਵਿੱਚ ਚਾਹ ਹੋਵੇ ਅੱਗੇ ਤੇ ਮੈਨੂੰ ਕੰਮਕਾਰ ਵਿੱਚੋਂ ਸਮਾਂ ਨਹੀਂ ਮਿਲਦਾ,
ਤੇ ਮੈਂ ਜਾ ਕੇ ਕੰਮਕਾਰ ਦੇ ਵਿੱਚੋਂ ਕੋਈ ਸਮਾਂ ਕੱਢ ਕੇ ਜਾਂਦਾ ਜਾਨਾ ਵਾਂ, ਦਰਸ਼ਨ ਕਰਕੇ ਕੰਮ ਤੇ ਚਲਿਆ ਜਾਣਾ। ਅੱਜ ਛੁੱਟੀ ਹੈ। ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਜੋੜੇ ਝਾੜਨੇ ਨੇ। ਅੱਜ ਮੈਂ ਕੁਝ ਸਮਾਂ ਆਪਣੀ ਦੁਨੀਆ ਦੇ ਵਿੱਚੋਂ ਸਮਾਂ ਕੱਢ ਕੇ, ਜਦੋਂ ਗੁਰੂ ਨਾਨਕ ਦੀ ਸੰਗਤ ਲੰਗਰ ਛਕੂਗੀ, ਮੈਂ ਝੂਠੇ ਬਰਤਨ ਸਾਫ਼ ਕਰਨੇ ਨੇ। ਅੱਜ ਮੈਂ ਰੋਟੀਆਂ ਪਕਾਉਣੀਆਂ, ਅੱਜ ਮੈਂ ਜਲ ਛਕਾਉਣਾ ਸੰਗਤਾਂ ਨੂੰ। ਮਨ ਵਿੱਚ ਭਾਵਨਾ ਐਤਵਾਰ ਵਾਲੇ ਦਿਨ ਇਹ ਪਰਪੱਕ ਬਣ ਜਾਏ ਕਿ ਐਤਵਾਰ ਬਹੁਤਾ ਸਮਾਂ ਮੈਂ ਆਪਣੇ ਸਤਿਗੁਰੂ ਦੇ ਦੀਵਾਰ ਉੱਤੇ ਗੁਜ਼ਾਰਨਾ ਹੈ, ਸਤ ਸੰਗਤ ਵਿੱਚ ਗੁਜ਼ਾਰਨਾ ਹੈ। ਤੁਹਾਡੇ ਉੱਤੇ ਸਤਿਗੁਰੂ ਗਰੀਬ ਨਵਾਜ਼ ਤੁੱਠੇ ਨੇ। ਬਾਣੀ ਦੇ ਵਿੱਚ ਇੱਕ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ ਜਿਸ ਮਾਰਗ ਪਾਵੋ। ਬੋਲੋ, ਬਾਹਾਂ ਪਕੜ ਜਿਸ ਮਾਰਗ ਪਾਵੋ, ਚਰਨ ਚੱਲੋ ਮਾਰਗ ਗੋਬਿੰਦ। ਇਹ ਜਿਹੜਾ ਗੋਬਿੰਦ ਦਾ ਮਾਰਗ ਆ, ਗੁਰਦੁਆਰੇ ਆਉਣਾ ਜੀਵ ਆਤਮਾ ਨੇ, ਇੱਥੋਂ ਜੀਵਨ ਦੀ ਸੋਝੀ ਪ੍ਰਾਪਤ ਕਰਨੀ। ਸਤਿਗੁਰੂ ਕਹਿੰਦੇ ਜਿਹਨੂੰ ਤੂੰ ਬਾਹੋਂ ਫੜ ਕੇ ਆਪ ਇਸ ਰਸਤੇ ਦੇ ਉੱਤੇ ਪਾਉਣਾ ਹੈ, ਉਹ ਜੀਵ ਆਤਮਾ ਤੇਰੇ ਦਰਬਾਰ ਵਿੱਚ ਆਉਂਦੀ, ਤੇਰੀ ਪਨਾਹ ਦੇ ਵਿੱਚ ਆਉਂਦੀ, ਤੇਰੀ ਸ਼ਰਨ ਵਿੱਚ ਆਉਂਦੀ। ਤੁਸੀਂ ਸੋਚੋ, ਹੁਣ ਜਿੱਦਣ ਸੰਗਰਾਂਦ ਵਾਲੇ ਦਿਨ ਦਾਸਰੇ ਨੇ ਆਪ ਜੀ ਦੇ ਆਣ ਕੇ ਜੋੜੇ ਝਾੜੇ ਸੀ, ਉਦਣ ਵੀ ਬੇਨਤੀ ਕੀਤੀ ਸੀ ਕਿ ਮਨ ਵਿੱਚ ਸੋਚੋ ਕਿ ਸਤਿਗੁਰੂ ਕਹਿੰਦੇ ਨੇ ਜਿਹਦੀ ਤੂੰ ਬਾਂਹ ਫੜ ਕੇ ਗੁਰਦੁਆਰੇ ਦੇ ਰਾਹ ਤੇ ਪਾਵੇਂ, ਉਹ ਆਉਂਦਾ ਹੈ। ਤੇ ਜੇ ਤੁਸੀਂ ਹੁਣ ਗੁਰਦੁਆਰੇ ਆਇਓ ਗੁਰਮੁਖ ਪਿਆਰੇ, ਤੇ ਇੱਥੋਂ ਇਹ ਸੁੱਧ ਹੁੰਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਨੇ ਅੱਜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿੰਨੇ ਗੁਰੂ ਨਾਨਕ ਦੀ ਸੰਗਤ ਆਏ ਆ, ਸਾਡੀ ਸਾਰਿਆਂ ਨੂੰ ਦੀ ਬਾਂਹ ਫੜੀ, ਬਾਂਹ ਫੜ ਕੇ ਰਸਤੇ ਉੱਤੇ ਪਾ ਕੇ ਇਹ ਫੁਰਨਾ ਬਣਾਇਆ, ਚੱਲ ਗੁਰਦੁਆਰੇ ਚੱਲੀਏ। ਸਤਿਗੁਰੂ ਫਰਮਾਇਆ, ਕਾਰੀ ਇਹ ਕਰੇ ਹੋ, ਗੁਰੂ ਦੁਆਰੇ ਹੋਏ ਕੇ ਸਾਹਿਬ ਸੰਭਾਲਿਓ। ਗੁਰਦੁਆਰੇ ਜਾ ਕੇ ਉੱਥੇ ਸਾਹਿਬ ਨੂੰ ਯਾਦ ਕਰਿਓ, ਕਥਾ ਕਹਾਣੀਆਂ ਕਰਿਓ ਪਰਮ ਪਿਤਾ ਪਰਮੇਸ਼ਵਰ ਦੀਆਂ। ਇਹ ਸਤਿਗੁਰੂ ਨੇ ਭਾਗ ਆਪਾਂ ਨੂੰ ਲਾਏ ਨੇ, ਉਦਮ ਬਖਸ਼ਿਆ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਨੇ ਕਿ ਆਪਾਂ ਜਿੰਨੇ ਗੁਰਮੁਖ ਪਿਆਰੇ ਅੱਜ ਐਤਵਾਰ ਵਾਲੇ ਹਫ਼ਤਾਵਾਰੀ ਦੀਵਾਨ ਵਿੱਚ ਸਤਿਗੁਰੂ ਦੀ ਸ਼ਰਨ ਵਿੱਚ ਪਨਾਹ ਵਿੱਚ ਆਏ ਆ। ਦੋ ਚੀਜ਼ਾਂ ਲੈਣ ਗੁਰੂ ਨਾਨਕ ਦੇ ਘਰੋਂ ਆਪਾਂ ਮਕਸਦ ਲੈਣ ਤੇ ਆਏ ਆ, ਸੇਵਾ ਤੇ ਸਿਮਰਨ। ਸੇਵਾ ਕਰਨੀ ਆ, ਸਤਸੰਗਤ ਦੇ ਜੋੜੇ ਝਾੜਨੇ ਨੇ, ਝਾੜੂ ਮਾਰਨਾ ਹੈ, ਲੰਗਰ ਛਕਾਉਣਾ ਹੈ, ਲੰਗਰ ਦੇ ਬਰਤਨ ਸਾਫ਼ ਕਰਨੇ ਨੇ, ਜਲ ਵਰਤਾਉਣਾ ਹੈ, ਪ੍ਰਸ਼ਾਦੇ ਛਕਾਉਣੇ ਨੇ, ਇਹ ਸੇਵਾ ਹੈ। ਫਿਰ ਸਿਮਰਨ ਕਰਨਾ ਹੈ ਸਤਿਗੁਰੂ ਗਰੀਬ ਨਵਾਜ਼ ਦਾ ਸੰਗਤ ਵਿੱਚ ਬਹਿ ਕੇ। ਸਤਿਗੁਰੂ ਦਾ ਹੁਕਮ ਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰਿਆ ਕਰਾਂ ਜੀ ਮਿਲ ਸਾਧ ਸੰਗਤ ਭਜ ਕੇਵਲ ਨਾ। ਗੁਰੂ ਕਿਰਪਾ ਕਰੇ, ਇਹ ਇੰਨੀ ਵਗਦੀ ਅੱਜ ਦੀ ਤੇਜ਼ੀ ਦੀ ਅੰਧੇਰੀ ਵਿੱਚੋਂ, ਗਿਆਨ ਦੇ ਯੁੱਗ ਵਿੱਚੋਂ ਜਿਹੜੇ ਬਚਨ ਸਾਡੇ ਸਤਿਗੁਰੂ ਨੇ ਸਾਡੇ ਕੰਨਾਂ ਵਿੱਚ ਪਾਏ ਨੇ, ਉਹ ਸਾਨੂੰ ਭੁੱਲਣ ਨਾ। ਸੇਵਾ ਤੇ ਸਿਮਰਨ। ਬੋਲੋ, ਕਿਹੜੇ ਕਿਹੜੇ? ਸੇਵਾ ਤੇ ਸਿਮਰਨ। ਇਹਨਾਂ ਦੋਵਾਂ ਕੰਧਾਂ ਦੇ ਉੱਤੇ ਸਿੱਖੀ ਜੀਵਨ ਖਲੋਤਾ ਹੈ। ਸੇਵਾ ਕਰਨੀ ਤੇ ਸਿਮਰਨ ਕਰਨਾ। ਕਈ ਐਸੀਆਂ ਮੇਰੇ ਵਰਗੀਆਂ ਰੂਹਾਂ ਨੇ ਜਿਹੜੀਆਂ ਆਪ ਨਾ ਦੇਹ ਚੁਰੂ ਭਰ ਪਾਣੀ, ਆਪ ਕਦੀ ਜੋੜੇ ਨਹੀਂ ਝਾੜੇ, ਆਪ ਕਦੀ ਜੀ ਨਹੀਂ ਕੀਤਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜਨ ਨੂੰ, ਆਪ ਕਦੀ ਜੀ ਨਹੀਂ ਕੀਤਾ ਕਿਸੇ ਗੁਰਸਿੱਖ ਦੀ ਛੋਟੀ ਬਰਤਨ ਸਾਫ਼ ਕਰਨ ਨੂੰ, ਆਪ ਕਦੀ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਿਤਾ ਦੀ ਯਾਦ ਵਿੱਚ ਜੁੜ ਕੇ, ਵਾਹਿਗੁਰੂ ਦੀ ਯਾਦ ਵਿੱਚ ਸਿਮਰਨ ਵਿੱਚ ਜੁੜਨਾ ਆਪ ਜੁੜੇ ਨਹੀਂ। ਮਗਰ ਉਹ ਤਿਹ ਨਿੰਦੇ ਜਿਹ ਗੰਗਾ ਆਨੀ, ਛੋੜ ਕੋ ਚਰਚਾ ਆਣ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ। ਕੇਵਲ ਕੁਚਰਚਾ ਦੇ ਸ਼ਬਦ ਕਈ ਉਹਨਾਂ ਨੇ ਰਟਨ ਕੀਤੇ ਨੇ, ਉਹਨਾਂ ਰੂਹਾਂ ਨੇ ਜਿਨ੍ਹਾਂ ਨੂੰ ਕੁਚਰਚਾ ਕਰਨ ਤੋਂ ਬਿਨਾਂ ਕੁਝ ਨਹੀਂ ਆਉਂਦਾ। ਮਗਰ ਆਪਾਂ ਗੁਰੂ ਦੇ ਸਿੱਖਾਂ ਨੇ ਕਿੰਨੀ ਤੇਜ਼ ਹਨੇਰੀ ਚੱਲ ਜੇ, ਜੋ ਵਚਨ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਕਹੇ ਨੇ, ਉਹਨਾਂ ਦੇ ਉੱਤੇ ਆਪਾਂ ਪਹਿਰਾ ਦੇਣਾ ਹੈ। ਸੇਵਾ ਤੇ ਸਿਮਰਨ ਨੂੰ ਦ੍ਰਿੜ ਕਰਕੇ ਆਪਣੇ ਮਨ ਵਿੱਚ ਵਸਾਉਣਾ ਹੈ। ਸਤਨਾਮ ਵਾਹਿਗੁਰੂ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, 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 ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਮੇਰੇ ਸਤਿਗੁਰ ਦੀਨ ਦਇਆਲਾ, ਮੇਰੇ ਸਤਿਗੁਰ ਦੀਨ ਦਇਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ,
ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਕੁਰਬਾਨ ਜਾਵੀ ਉਸ ਵੇਲਾ ਸੁਹਾਵੀ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਜਿਤ ਤੁਮਰੇ ਦਵਾਰੇ ਆਇਆ, ਜਿਤ ਤੁਮਰੇ ਦਵਾਰੇ ਆਇਆ, ਜਿਤ ਤੁਮਰੇ ਦੁਆਰੇ ਆਇਆ, ਤੁਮਰੇ ਦੁਆਰੇ ਆਇਆ। ਜਿਤ ਤੁਮਰੇ ਦਵਾਰੇ ਆਇਆ, ਜਿਤ ਤੁਮਰੇ ਦਵਾਰੇ ਆਇਆ, ਜਿਤ ਤੁਮਰੇ ਦਵਾਰੇ ਆਇਆ, ਜਿਤ ਤੁਮਰੇ ਦੁਆਰੇ ਆਇਆ। ਇਹ ਘੜੀਆਂ ਇਹ ਗੀਤ ਗਾ ਰਿਹਾ ਸੀ ਭਾਈ ਨੰਦ ਲਾਲ ਸਾਹਿਬ ਜਦੋਂ ਸਤਿਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਚਰਨ ਸ਼ਰਨ ਵਿੱਚ ਆਇਆ। ਚਿੱਟਾ ਦਸਤਾਰਾ ਸੀ, ਸੋਹਣਾ ਖੁੱਲਾ ਦਾੜਾ, ਦਾਨਸ਼ਮੰਦਾਂ ਵਾਲਾ ਚਿਹਰਾ, ਚਿਹਰਾ ਦਗ ਦਗ ਕਰਦਾ ਸੀ, ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਪਨਾਹ ਦੇ ਵਿੱਚ ਆਇਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਗਾ ਰਿਹਾ ਸੀ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਇਆਲਾ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਗਰੀਬ ਨਵਾਜ ਦੀ ਨਜ਼ਰੇ ਇਨਾਇਤ ਪਿਆ ਤੇ ਆਉਂਦੇ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪੁੱਛਿਆ, ਭਲਿਆ ਬੇਟਾ ਇੱਥੇ ਨਹੀਂ ਮੱਥਾ ਟੇਕੀ, ਉਧਰ ਮੱਥਾ ਟੇਕੀ। ਭਲਿਆ ਸੁੰਦਰ ਤੇਰਾ ਦਾੜਾ ਹੈ, ਸੂਰਤ ਤੇਰੀ ਗੁਰਮੁਖਾਂ ਵਾਲੀ ਹੈ, ਬੈਠਣੀ ਖਲੋਣੀ ਰਹਿਣੀ ਬਹਿਣੀ ਚੰਗੀ ਕਿਸੇ ਸੱਚੇ ਵਿੱਚ ਘੜੀ ਹੈ। ਇੱਕ ਗੱਲ ਦੱਸ ਕਿ ਤੇਰਾ ਨਾਮ ਕੀ ਹੈ? ਧਿਆਨ ਦੇਣਾ, ਇਕਾਗਰਤਾ ਬਖਸ਼ਿਓ। ਤੇ ਕਹਿਣ ਲੱਗੇ ਜੀ ਮੇਰਾ ਨਾਮ ਭਾਈ ਨੰਦ ਲਾਲ ਗੋਆ ਹੈ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਅੱਛਾ ਆਪ ਜੀ ਦਾ ਨਾਮ ਭਾਈ ਨੰਦ ਲਾਲ ਗੋਆ ਹੈ, ਕੋਈ ਕੰਮ ਕਰਨਾ ਜਾਣਦੇ ਹੋ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ ਮੈਂ ਜੀ ਅਰਬੀ, ਫਾਰਸੀ, ਉਰਦੂ ਇਹਨਾਂ ਸਾਰੀਆਂ ਭਾਸ਼ਾ ਦਾ ਬਹੁਤ ਵੱਡਾ ਵਿਦਵਾਨ ਆ। ਧਿਆਨ ਦਿਓ। ਗਰੀਬ ਨਵਾਜ ਪਾਤਸ਼ਾਹ ਹੱਸੇ, ਮੁਸਕਰਾਏ। ਮੇਰੇ ਸਾਹਿਬ ਕਰਮਾਂ ਵਾਲਾ ਸੀ ਭਾਈ ਨੰਦ ਲਾਲ ਸਾਹਿਬ, ਉਸੇ ਵੇਲੇ ਪਕੜ ਗਿਆ ਕਿ ਮੇਰੇ ਸਤਿਗੁਰੂ ਕਿਉਂ ਹੱਸੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ। ਕਿਉਂ ਹੱਸੇ ਨੇ? ਹੱਥ ਜੋੜੇ, ਅਧੀਨਗੀ ਕਬੂਲ ਕੀਤੀ, ਚਾਕਰਾਂ ਵਾਂਗ ਹੱਥ ਜੋੜ ਕੇ ਗਲ ਵਿੱਚ ਪੱਲਾ, ਅੱਖਾਂ ਚੋਂ ਜਲ ਵਗਿਆ ਤੇ ਕਿਹਾ ਮਹਾਰਾਜ ਮੈਂ ਗੁਸਤਾਖ ਹਾਂ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਮਹਾਰਾਜ ਥੋੜੀ ਬੁੱਧੀ ਦਾ ਮਾਲਕ ਆ, ਮੇਰੇ ਮੂੰਹੋਂ ਕੋਈ ਉਹੋ ਜਿਹਾ ਸ਼ਬਦ ਨਿਕਲ ਗਿਆ, ਆਪ ਹੱਸੇ ਕਿਉਂ ਜੇ ਇਹ ਗੱਲ ਸੁਣ ਕੇ ਕਿ ਮੈਂ ਅਰਬੀ, ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਕਈ ਜ਼ਬਾਨਾਂ ਦਾ ਵਿਦਵਾਨ ਆ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਸਮਝਣ ਯੋਗ ਆ, ਕਿਤੇ ਅੱਜ ਦਾ ਵਿਦਵਾਨ ਵੀ ਇਹ ਗੱਲ ਸਮਝ ਲੈ। ਅੱਜ ਦੇ ਵਿਦਵਾਨ ਦੇ ਹਿਰਦੇ ਵਿੱਚ ਵੀ ਇਹ ਗੱਲ ਆ ਜਾਏ ਜਿਹੜਾ ਕਹਿੰਦਾ ਜਾਪ ਸਾਹਿਬ ਬਾਣੀ ਨਹੀਂ। ਉਹ ਭੋਲਿਆ ਤੈਨੂੰ ਕੀ ਪਤਾ ਹੈ ਜਾਪ ਸਾਹਿਬ ਦੇ ਵਿੱਚ ਕੀ ਲਿਖਿਆ? ਤੂੰ ਕਦੀ ਜਾਪ ਸਾਹਿਬ ਪੜ੍ਹਿਆ ਹੀ ਨਹੀਂ। ਤੈਨੂੰ ਕੀ ਪਤਾ ਹੈ ਜਾਪ ਸਾਹਿਬ ਵਿੱਚ ਕਿਹੜੀਆਂ ਉਡਾਰੀਆਂ ਮੇਰੇ ਬਾਪੂ ਨੇ ਮਾਰੀਆਂ? ਤਰਕ ਦਿੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਾ ਲਿਖਤਾ ਜਾਪ ਸਾਹਿਬ। ਇਹ ਵਿਸ਼ਾ ਲੰਮਾ ਹੈ, ਮੇਰਾ ਗੁਰੂ ਕਿਰਪਾ ਕਰੂਗਾ ਕੋਈ ਨਾ ਕੋਈ ਮੇਰੇ ਪੰਥ ਨੂੰ ਇਹੋ ਜਿਹਾ ਗੁਰੂ ਕਾ ਪਿਆਰਾ ਮਿਲੂਗਾ ਜਿਹੜਾ ਇਸ ਗੱਲ ਦਾ ਵੀ ਨਿਬੇੜਾ ਕਰੂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਪ ਸਾਹਿਬ ਕਿਉਂ ਨਾ ਲਿਖੇ। ਨਵਾਂ ਜਾਮਿਆਂ ਵਿੱਚ ਨਵਾਂ ਸਰੀਰਾਂ ਦੀ ਬਾਣੀ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਲਿਖੀ। ਇਹ ਅਕਾਲ ਪੁਰਖ ਦੀ ਜਿਹੜੀ ਬਾਣੀ, ਨਿਰਗੁਣ ਸਰੂਪ ਬਾਣੀ, ਸਰੀਰ ਤੋਂ ਰਹਿਤ ਬਾਣੀ, ਕਿਤੇ ਸਾਰੀ ਬਾਣੀ ਪੜ੍ਹ ਕੇ ਵੇਖੋ। ਨਮਸਤੰਗ ਅਕਾਏ, ਅਕਾਏ ਦਾ ਮਤਲਬ ਕਾਇਆ ਤੋਂ ਰਹਿਤ, ਜਿਹੜੀ ਕਾਇਆ ਤੋਂ ਰਹਿਤ ਵਾਲੀ ਬਾਣੀ ਸੀ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ। ਇਹ ਤੇ ਸਾਨੂੰ ਪਤਾ ਨਹੀਂ ਅੱਜ ਕਿਉਂ ਲਾਲਾ 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 ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ। ਮੈਨੂੰ ਤੇ ਪਤਾ ਲੱਗਦਾ ਜਿਹੜੇ ਬ੍ਰਾਹਮਣਾ ਬਹੁਤਾਂ ਦਾ ਰੌਲਾ ਪਾਉਂਦੇ ਇਹੋ ਹੀ ਬ੍ਰਾਹਮਣਾਂ ਦੇ ਏਜੰਟ ਨੇ, ਜਿਹੜੇ ਤੁਹਾਨੂੰ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਕੋਈ ਬਾਣੀ ਨਹੀਂ। ਇਹ ਕਿੱਥੇ ਜਾ ਕੇ ਤੁਹਾਨੂੰ ਖਿਲਾਰ ਦੇਣਗੇ ਜਦੋਂ ਤੁਹਾਡੇ ਅੰਮ੍ਰਿਤ ਸੰਚਾਰ ਦੇ ਵਿੱਚੋਂ 3 ਬਾਣੀਆਂ ਹੀ ਘਟਤੀਆਂ। ਕਮਾਲ ਦੀ ਗੱਲ ਹੈ, ਜਿਹੜੇ ਇਹ ਗੱਲਾਂ ਕਹਿੰਦੇ ਗਾਤਰੇ ਉਹਨਾਂ ਨੇ ਵੀ ਗਲਾਂ ਵਿੱਚ ਪਾਏ ਨੇ, ਮਗਰ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਤੂੰ ਕਿਉਂ ਗਾਤਰਾ ਪਾਉਂਦਾ, ਮੈਂ ਤਾਂ ਵਿਖਾਵੇ ਮਾਤਰ ਪਾਇਆ ਜੀ। ਚਲੋ ਸ਼ਾਇਦ ਮੈਂ ਇਸ ਪਾਸੇ ਨਾ ਜਾਵਾਂ। ਮੇਰੇ ਸਾਹਿਬ ਨੇ ਕਿਹਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ,
ਕਹਿੰਦਾ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ ਆ, ਤੇ ਮੇਰੇ ਸਾਹਿਬ ਨੇ ਜਦੋਂ ਹੱਸੇ ਤੇ ਮੇਰੇ ਸਾਹਿਬ ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆਇਆ ਹੀ ਨੰਦ ਲਾਲ, ਭਾਂਡਾ ਸੋਹਣਾ ਬੜਾ ਲੱਗਿਆ ਹੈ, ਮਗਰ ਜਦੋਂ ਲਾਗੇ ਆਇਆ ਤੇ ਵਿੱਚੋਂ ਬੋ ਬੜੀ ਆਈ। ਵਿੱਚੋਂ ਕਾਹਦੀ? ਅਹੰਕਾਰ ਦੀ। ਮੈਂ ਵਿਦਵਾਨ। ਇੱਕ ਗੱਲ ਗੁਰਬਾਣੀ ਦੇ ਵਿੱਚ ਨੋਟ ਕਰਿਓ, ਕਿਆ ਪੜੀਏ ਕਿਆ ਗੁਣੀਏ। ਗੁਣੀਏ ਗੁਣਨਾ, ਵਿਚਾਰਵਾਨ ਵੀ ਹੋ ਜਾਣਾ। ਪੜ੍ਹਾਈ ਕਰ ਲੈਣੀ ਵੱਖਰੀ ਗੱਲ ਆ, ਉਹਦੀ ਵਿਚਾਰਵਾਨ ਹੋ ਜਾਣਾ ਵੱਖਰਾ ਗੱਲ ਆ। ਮਗਰ ਤੀਸਰੀ ਅਵਸਥਾ ਕਿਹਾ ਪੜੇ ਜਿਸ ਭਾਂਡੇ ਚੋਂ ਬੋ ਆਉਂਦੀ ਆ ਤੇ ਆਪ ਹੀ ਪਹਿਲੇ ਜਾਮੇ ਚੋਂ ਕਹਿੰਦੇ ਸੋ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਤਾਂ ਦੁਆਰੇ ਧੋਏ ਹੱਛਾ। ਤੁਸੀਂ ਆਪ ਹੀ ਕਿਹਾ ਸੀ ਜੇ ਆਤਮਲੀਨ ਭਾਂਡਾ ਹੋਵੇ ਤੇ ਗੁਰਦੁਆਰੇ ਲੈ ਆਇਓ, ਭਾਂਡਾ ਧੁੱਪ ਜੂ। ਤੇ ਤੁਸੀਂ ਫਿਰ ਧੋ ਦਿਓ ਤੇ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ ਫਿਰ ਮੇਰੇ ਸਤਿਗੁਰੂ ਨੇ ਕੀ ਕਿਹਾ ਸੀ ਉਹਨੂੰ। ਅੱਜ ਵਾਲਾ ਵਿਦਵਾਨ ਕਹਿੰਦਾ ਹੈ, ਕਦੀ ਕਹਿੰਦਾ ਜੋੜੇ ਝਾੜਨੇ ਮਿੱਟੀ ਆ, ਕਦੀ ਕਹਿੰਦਾ ਸਿਮਰਨ ਕਰਨਾ ਪਖੰਡੀ ਆ, ਕਦੀ ਕਹਿੰਦਾ ਕੁਛ ਆ, ਕਦੀ ਕਹਿੰਦਾ ਕੁਛ ਆ। ਕਦੀ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੀ 10ਵੀਂ ਜੋਤ ਨੂੰ, ਜਿਹਨੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਮੇਰੇ ਸਾਹਿਬਾ ਜੇ ਭਾਂਡਾ ਆਤਮਲੀਨ ਆ ਤੇ ਤੇਰੇ ਤੋਂ ਬਿਨਾ ਹੋਰ ਧੋਣ ਵਾਲਾ ਚੰਗਾ ਕਿਹੜਾ ਵਾ, ਧੋ ਦੇ। ਤੇ ਫਿਰ ਮੇਰੇ ਸਾਹਿਬ ਨੇ ਆਖਿਆ ਸੀ ਜਾ ਹਾਂ ਹੁਣ ਸ਼ਾਹੀ ਲਿਬਾਸ ਲਾ ਦੇ। ਉਦਣ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਨੇ ਇਸ ਤਰ੍ਹਾਂ ਬਾਹਾਂ ਕੀਤੀਆਂ ਸੀ ਤੇ ਆਖਿਆ ਆ ਆਨੰਦ ਲਾਲ ਹੁਣ ਮੇਰੇ ਕਲੇਜੇ ਨਾਲ ਲੱਗ ਜਾ, ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਭੇਦ ਸੀ ਤੇ ਕੇਵਲ ਤੇਰੀ ਹਉਮੈ ਦਾ। ਅੱਜ ਮੇਰਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ ਸਿੱਖ ਦੇ ਅੰਦਰੋਂ ਹਉਮੈ ਖਤਮ ਹੋ ਜੇ। ਹਉਮੈ ਨਾਵੇਂ ਨਾਲ ਵਿਰੋਧ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦਾ, ਕੀ ਉਹਨੂੰ ਸਿੱਖ ਸਮਝਦੇ ਹੋ? ਕਿਉਂ ਜੀ? ਜਿਹੜਾ ਬੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ, ਜਿਹੜਾ ਬੰਦਾ ਗੁਰੂ ਦੇ ਕਹਿ ਦੇ ਉੱਤੇ ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਉੱਤੇ ਹੀ ਵਿਸ਼ਵਾਸ ਨਹੀਂ ਕਰਦਾ, ਕੀ ਉਹ ਸਿੱਖਿਆ? ਗੁਰੂ ਦੇ ਸਿੱਖੋ, ਇਹਦੇ ਘਰ ਤੇ ਆਣ ਕੇ ਡਿੱਗ ਕੇ ਇਹ ਕਹਿਣਾ ਹੈ ਮੇਰੇ ਸਤਿਗੁਰੂ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਹੇ ਗਰੀਬ ਨਵਾਜ ਹਮ ਅਗਿਆਨ ਅਲਪ ਮਤ ਥੋਰੀ, ਹੇ ਮੇਰੇ ਸਤਿਗੁਰੂ ਅਸੀਂ ਅਗਿਆਨੀ ਥੋੜੀ ਮਤ ਦੇ ਜੀਵਿਆਂ, ਸਾਡੇ ਤੇ ਕਿਰਪਾ ਕਰ ਸਾਨੂੰ ਸਮਤ ਬਖਸ਼। ਇਸ ਘਰ ਦੇ ਫੈਸਲੇ ਸੁਣੀਦੇ ਨੇ, ਇਸ ਘਰ ਦੇ ਫੈਸਲੇ ਥੋਪੀ ਦੇ ਨਹੀਂ। ਇਸ ਘਰ ਦੇ ਨਾਲ ਜੁੜੀਦਾ ਹੈ। ਇਸ ਘਰ ਤੇ ਆਣ ਕੇ ਆਖੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਗਰ ਅੱਜ ਜਿਹੜਾ 2 ਕਿਤਾਬਾਂ ਪੜ੍ਹ ਲੈਂਦਾ ਕਹਿੰਦਾ ਨਹੀਂ ਮੇਰੀ ਮਤ ਜ਼ਿਆਦਾ ਹੈ। ਗੁਰੂ ਘਰ ਵਿੱਚ ਵਿਦਵਾਨ ਪੈਦਾ ਹੋਣ, ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪੈਦਾ ਹੋਏ ਨੇ, ਭਾਈ ਵੀਰ ਸਿੰਘ ਸਾਹਿਬ ਵਰਗੇ ਵਿਦਵਾਨ ਪੈਦਾ ਹੋਏ ਨੇ, ਹੋਰ ਕਈ ਗੁਰਮੁਖ ਪਿਆਰੀਆਂ ਰੂਹਾਂ ਇਸ ਘਰ ਵਿੱਚ ਵਿਦਵਾਨ ਪੈਦਾ ਹੋਈਆਂ। ਮਗਰ ਗੁਰਮੁਖ ਪਿਆਰਿਓ ਉਹ ਵਿਦਵਤਾ ਗੁਰੂ ਤੋਂ ਉੱਚੀ ਨਹੀਂ, ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਨੰਦ ਲਾਲ ਕੋਲੋਂ ਝੂਠੇ ਬਰਤਨ ਸਾਫ਼ ਕਰਵਾਏ। ਇਤਿਹਾਸ ਦੇ ਪੰਨਿਆਂ ਵਿੱਚ ਆਉਂਦਾ ਹੈ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਸਿੱਖਾਂ ਦੇ ਜੋੜੇ ਸਾਫ਼ ਕਰਦੇ ਰਹੇ। ਆਓ ਆਪਾਂ ਵੀ ਉਸ ਰਸਤੇ ਨੂੰ ਅਡਾਪਟ ਕਰੀਏ, ਆਪਾਂ ਵੀ ਉਸ ਰਸਤੇ ਤੇ ਗੁਰਸਿੱਖ ਮੀਤ ਗੁਰੂ ਦੀ ਚਾਲ ਉੱਤੇ ਚੱਲੀਏ। ਅੱਜ ਸਾਡੇ ਕੋਲੋਂ ਗੁਰੂ ਦੀ ਚਾਲ, ਆ ਕੁਰਸੀਆਂ ਤੇ ਬਹਿ ਕੇ ਲੰਗਰ ਖਾਣਾ ਸੀ ਨਾ ਜਿਹੜਾ, ਆਪਾਂ ਗੁਰੂ ਦੀ ਚਾਲ ਤੋਂ ਭਟਕ ਗਏ। ਜੇ ਗੁਰੂ ਦੀ ਚਾਲ, ਹਰ ਚਾਲ ਗੁਰੂ ਦੀ ਉੱਤੇ ਚੱਲੀਏ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਨਿਰਾਲੀ ਜਿਹੜੀ ਆ ਗੁਰੂ ਦੇ ਕਹੇ ਹੋਏ ਬਚਨ, ਮੇਰੇ ਸਤਿਗੁਰੂ ਕਿਰਪਾ ਕਰੇ ਸਿੱਖ ਨੂੰ ਕਮਾਉਣੇ ਆ ਜਾਣ। ਅੱਜ ਮਨ ਵਿੱਚ ਸੋਚ ਰਿਹਾ ਸਾਂ, ਇੱਕ ਵਾਰ ਆਖੋ ਸਤਨਾਮ ਸ੍ਰੀ। 1978 ਤੋਂ ਬਾਅਦ ਗੁਰੂ ਦੇ ਸਿੱਖੋ, ਗੁਰੂ ਨਾਨਕ ਦੇ ਘਰ ਦੇ ਟੁੱਕੜ ਖਾਨਾ ਵਾ, ਦਰਦ ਤੇ ਆਉਂਦਾ ਹੀ ਆ। 1978 ਤੋਂ ਬਾਅਦ ਇਸ ਕੌਮ ਦੇ ਪੈਰ ਨਹੀਂ ਲੱਗ ਰਹੇ। ਨਿਤ ਕੋਈ ਨਾ ਕੋਈ ਢਹਿੰਦੀ ਕਲਾ ਦੀ ਖਬਰ ਸੁਣਦੇ। 1978 ਤੋਂ ਬਾਅਦ ਕੋਈ ਵੀ ਇਹੋ ਜਿਹਾ ਦਿਨ ਨਹੀਂ ਆਇਆ ਜਿੱਦਣ ਮੇਰੀ ਕੌਮ ਨੇ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਵੇ ਕਿ ਕੌਮ ਇਕੱਠੀ ਹੋ ਗਈ ਆ, ਇਸ ਕੌਮ ਨੂੰ ਸਤਿਗੁਰੂ ਗਰੀਬ ਨਵਾਜ ਨੇ ਆਹ ਕਰ ਦਿੱਤਾ ਹੈ, ਇਹਨਾਂ ਇਕੱਠੇ ਬਹਿ ਕੇ ਆਹ ਗੁਰਮਤਾ ਕਰ ਲਿਆ। ਆ ਥੋੜੀ ਠੰਡ ਕੱਲ ਪਈ ਆ, ਜਿਹੜਾ ਨਰਿੰਦਰ ਗਰੇਵਾਲ ਦੇ ਬਰਖਲਾਫ 10,000 ਪ੍ਰਾਣੀ ਇੱਕਦਮ ਖੜਾ ਹੋ ਗਿਆ। ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਕੌਮ ਸੁਚੇਤ ਹੋਵੇ, ਜਿੱਥੇ ਵੇਖੇ ਕਿ ਗੁਰੂ ਪੰਥ ਤੋਂ ਉਲਟ ਕੋਈ ਜਾ ਰਿਹਾ ਹੈ, ਸਿੱਖ ਦੇ ਉਦੋਂ ਇਹ ਨਾ ਸੋਚੇ ਕਿ ਮੈਂ ਇਸ ਧੜੇ ਦਾ ਵਾਂ। ਪਹਿਲੀ ਗੱਲ ਤੇ ਧੜਾ ਸਿੱਖੀ ਵਿੱਚ ਹੈ ਹੀ ਨਹੀਂ। ਆਖੋ ਸਤਨਾਮ ਸ੍ਰੀ। ਧੜੇ ਦਾ ਕੰਮ ਸਿੱਖੀ ਵਿੱਚ ਹੈ ਹੀ ਨਹੀਂ। ਜਿੱਥੇ ਵੈਰ ਤੇ ਵਿਰੋਧ ਆ ਉੱਥੇ ਗੁਰੂ ਨਾਨਕ ਦਾ ਘਰ ਹੀ ਨਹੀਂ।
ਗੁਰੂ ਨਾਨਕ ਦਾ ਘਰ ਯਾਰ ਰੋਜ਼ ਕਿਹਾ ਜਾਂਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਉੱਥੇ 4 ਡੰਡੀਆਂ ਹੋਣ ਤੇ 4 ਵੀ ਆਪਸ ਦੇ ਵਿੱਚ ਤਿੜਕੀਆਂ ਹੋਣ, ਚੌਵਾਂ ਦੀ ਮੱਤ ਨਾ ਮਿਲਦੀ ਹੋਵੇ, ਚੌਵਾਂ ਦੀ ਮੱਤ ਇੱਕ ਗੱਲ ਤੇ ਨਾ ਖਲੋਂਦੀ ਹੋਵੇ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਬੇਸ ਬਣਨਾ ਹੈ, ਇਹ ਜਿਹੜਾ ਮੁੱਢ ਤੁਹਾਡਾ ਤੇ ਮੇਰਾ ਬਣਨਾ ਹੈ, ਗੁਰੂ ਦੇ ਪਿਆਰਿਓ ਸੇਵਾ ਤੇ ਸਿਮਰਨ ਨਾਲ ਬਣਨਾ ਹੈ। ਤੇ ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਮਨ ਵਿੱਚ ਕਿਤੇ ਸ਼ੰਕਾ ਨਾ ਲਿਆਉਣਾ, ਪ੍ਰਭੂ ਦਾ ਸਿਮਰਨ ਕਰਨਾ ਪਖੰਡ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਕੀਰਤਨ ਕਰਨਾ ਜਗਰਾਤਾ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ ਨਾਲ ਜੁੜ ਕੇ ਉਹਦੀ ਉਸਤਤ ਵਿੱਚ ਜਾਗਣਾ, ਜਾਗਨ ਨੀਕਾ ਹਰ ਕੀਰਤਨ में ਜਾਗਣਾ ਚੰਗਾ ਹੈ। ਸਾਰੀ ਸਾਰੀ ਰਾਤ ਮੇਰੇ ਸਤਿਗੁਰੂ ਦੀ ਯਾਦ ਵਿੱਚ ਜੁੜ ਕੇ ਕੋਈ ਚੌਂਕੜਾ ਮਾਰ ਕੇ ਸਿਮਰਨ ਕਰੇ। ਤੇ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੋ, ਸ਼ਬਦ ਸਿਧਾਂਤ ਵਿੱਚ ਆਣ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਿਕਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਜੁੜੀਏ। ਆਪਾਂ ਵਾਹਿਗੁਰੂ ਗੁਰਸਿਮਰਨ ਦੇ ਵਿੱਚੋਂ ਆਨੰਦ ਲਈਏ। ਗੁਰਮੁਖ ਪਿਆਰਿਓ, ਭਗਤ ਭੀਖਨ ਇੱਕ ਐਸਾ ਬਚਨ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ। ਅੱਗੇ ਪੜ ਕੇ ਵੇਖੋ, ਹਰ ਗੁਣ ਕਹਿਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਇਹ ਗੂੰਗੇ ਦੀ ਮਠਿਆਈ ਆ, ਇਹਦੇ ਬਾਰੇ ਕੌਣ ਦੱਸ ਸਕਦਾ ਵਾ ਕਿ ਜਿੰਨਾ ਚਾਖਿਆ, ਜਿੰਨੀ ਚਾਖਿਆ ਬੋਲੋ ਜਿੰਨੀ, ਤਿਨੀ ਸਾਧ ਆਇਆ, ਤਿਨੀ। ਮੇਰੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚਖਿਆ ਉਹ ਪਿਆਰਿਓ, ਜਿਨ੍ਹਾਂ ਕਦੀ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ, ਜਿਨ੍ਹਾਂ ਕਦੀ ਕੇਸੀ ਇਸ਼ਨਾਨ ਕੀਤਾ ਹੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ, ਉਹ ਬੰਦੇ ਉੱਠ ਕੇ ਆਖਣ ਕੇਸੀ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਉਹ ਬੰਦੇ ਆਖਣ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ। ਆਓ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ ਲਓ, ਹੁਣੇ ਹੀ ਪਤਾ ਲੱਗ ਜੂ ਆਨੰਦ ਕਿਤਨਾ ਵਰਦਾ ਹੈ। ਵਾਹਿਗੁਰੂ 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 ਸੁਭਾਅ ਬਣਾਓ। ਸਤਿਗੁਰੂ ਕਿਰਪਾ ਕਰੇ, ਸਾਹਿਬ ਦੇ ਬਚਨ ਮੰਨੋ, ਸਾਸ ਸਾਸ ਸਿਮਰੋ, ਫੇਰ ਬੋਲੋ ਸਾਸ ਸਾਸ ਸਿਮਰੋ, ਮਨ ਅੰਤਰ ਕੀ ਉਤਰੇ ਚਿੰਦ। ਸਤਿਗੁਰੂ ਦਾ ਸਿਮਰਨ ਕਰੋ। ਕਿੰਨੇ ਕ ਬਚਨ ਗੁਰਬਾਣੀ ਦੇ ਵਿੱਚੋਂ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਉਹ ਕੀ ਆ ਫਿਰ ਜੇ ਸਿਮਰਨ ਪਖੰਡਿਆ? ਇਹ ਕੀ ਹੈ? ਇਹ ਕੀ ਇਸ਼ਾਰਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਏ ਮਟਾਵੋ। ਮੇਰਾ ਸਤਿਗੁਰੂ ਕਿਰਪਾ ਕਰੇ ਆਪਾਂ ਲੜੀਵਾਰ ਕਥਾ ਦੇ ਵਿੱਚ ਜੁੜੀਏ।
ਬਾਬਾ ਫਰੀਦ ਜੀ ਜੀਵਨ ਦੀਆਂ ਜਾਚਾਂ ਦੱਸਣਗੇ। ਕੱਲ ਵੀ ਆਪ ਜੀ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਬਾਣੀ ਨੇ ਇਹ ਬਚਨ ਕਿਹਾ ਸੀ, ਜਾਂ ਲੱਭ ਧਾਨੇ ਹੋ ਕਿਹਾ। ਬੋਲੋ, ਜਾਂ ਲੱਭ। ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰਿਆ ਤੇ ਫਿਰ ਲੱਭ ਨਹੀਂ। ਦੋਵਾਂ ਗੱਲਾਂ ਦਾ ਧਿਆਨ ਵੇਖ ਰਹੇ ਹੋ। ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰਿਆ ਤੇ ਫਿਰ ਪਿਆਰ ਕਰਨ ਵਾਲਾ ਤੇ ਕਹਿੰਦਾ ਹੈ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਿਹੜਾ ਪਿਆਰ ਕਰਨ ਵਾਲਾ ਹੈ ਉਹ ਸਭ ਕੁਝ ਆਪਣਾ ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੰਦਾ ਹੈ। ਲੱਭਿਆ ਤੇ ਪਿਆਰ ਨਹੀਂ, ਪਿਆਰਿਆ ਤੇ ਲੱਭ ਨਹੀਂ। ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈਏ ਛੱਪਰ ਟੁੱਟੇ ਮੇਹੋ। ਇਹ ਬਚਨ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਣ ਲਿਆ ਸੀ। ਅਗਲਾ ਬਚਨ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀਐ, ਜੰਗਲ ਕਿਆ ਟੁੰਡੇ। ਅੱਗੇ ਪੜੋ। ਫਰੀਦਾ ਇੰਨੀ ਨੇਕੀ ਜੰਗੀਐ, ਥਲ ਦੂਗਰ ਭਵੇਂ ਓਮ, ਅੱਜ ਫਰੀਦਾ ਕੁਜੜਾ, ਸਹਿ ਕੋਹਾਂ ਥੀ ਓਮ। ਇਹ ਕੱਲ ਆਖਰੀ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਦੇ ਇਹ ਵਿਚਾਰ ਸਨ, ਇਹ ਬਖਸ਼ਿਸ਼ ਭਰਿਆ ਗਿਆਨ ਸੀ ਕਿ ਇਹ ਸਰੀਰ ਜਿਹੜਾ ਇਹਨੇ ਇੱਕ ਦਿਨ ਕਮਜ਼ੋਰ ਬੁੱਢਿਆ ਹੋ ਜਾਣਾ ਹੈ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹਨੇ ਇੱਕ ਦਿਨ ਬਜ਼ੁਰਗ ਹੋ ਜਾਣਾ ਹੈ। ਬਾਲਕ ਤੇ ਬਿਰਧ ਪਿਆ। ਬੋਲੋ, ਬਾਲਕ ਤੇ। ਆ ਤੁਸੀਂ ਮੇਰੇ ਵੀਰ 35 35 40 40 50 50 ਸਾਲ ਦੇ ਜਿਹੜੇ ਬੈਠੇ ਹੋ, ਬਚਪਨ ਵੇਖਿਆ, ਜਵਾਨੀ ਵੇਖੀ, ਹੁਣ ਵਡੇਪੇ ਵਿੱਚ ਆ ਗਏ ਆ। ਵੇਖਦਿਆਂ ਵੇਖਦਿਆਂ ਇਹ ਸਭ ਕੁਝ ਹੋ ਗਿਆ। ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਪਾਵਨ ਬਚਨ ਕਰਦੇ ਨੇ। ਕਹਿੰਦੇ ਨੇ, ਪਿਤਾ ਜੀ ਕਹਿੰਦੇ ਨੇ, ਇਹ ਜਿਹੜਾ ਸਰੀਰ ਹੈ ਨਾ, ਇੱਕ ਦਿਨ ਤੇ ਇੰਨਾ ਬਲਵਾਨ ਸੀ ਕਿ ਇੰਨੀ ਨਿੱਕੀ ਜੰਗੀਏ, ਨਿੱਕੇ ਨਿੱਕੇ ਕਦਮਾਂ ਦੇ ਨਾਲ ਥਲ ਡੂੰਗਰ ਭਵਿਓਮ, ਸਾਰੀ ਧਰਤੀ ਤੇ ਬੜੇ ਪਹਾੜਾਂ ਨੂੰ ਫਿਰ ਆਉਂਦਾ ਸਾਂ। ਮਗਰ ਅੱਜ ਇਹ ਪ੍ਰੋਫੈਸਰ 100 ਵਾਰ ਫਟਕਾਰ ਕਹੀਏ ਕਿਸੇ ਨੂੰ ਤੇ ਇੱਕ ਧ੍ਰਿਗ ਬਣਦੀ। ਆਖੋ ਸਤਨਾਮ ਸ੍ਰੀ। ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਤੇ ਤੁਸੀਂ ਸਰਵਣ ਕਰੋ, ਜੇ 100 ਵਾਰ ਫਟਕਾਰ ਕਿਆ ਇੱਕ ਧ੍ਰਿਗ ਬਣਦੀ। ਤੇ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਇੱਕ ਥਾਂ ਤੇ ਮੇਰੇ ਕਹਿੰਦੇ ਧ੍ਰਿਗ ਧ੍ਰਿਗ ਖਾਇਆ। ਆ 2 ਵਾਰ ਗਿਣ ਗਏ ਜੇ ਮੇਰੇ ਸਾਹਿਬ। ਤੇ ਹੁਣ ਤੁਸੀਂ ਸੋਚ ਲਓ ਕਿ ਮੇਰੇ ਸਾਹਿਬ ਕਹਿੰਦੇ ਨੇ, ਉਸ ਖਾਣਾ ਖਾਦੇ ਨੂੰ 200 ਵਾਰ ਫਟਕਾਰ, 200 ਵਾਰ ਫਿਟੇ ਮੂੰਹ ਉਸ ਰੋਟੀ ਖਾਦੀ ਨੂੰ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ। ਰਾਤ ਨੂੰ ਬਿਸਤਰੇ ਦੇ ਉੱਤੇ ਸਰਾਣਾ ਲੈ ਕੇ ਰਾਤ ਨੂੰ ਸੌਂ ਗਿਆ, ਸੋਲਾ ਨਾ ਪੜਿਆ, ਅੰਮ੍ਰਿਤ ਵੇਲਾ ਨਾ ਸਵੇਰੇ ਉੱਠ ਕੇ ਸੰਭਾਲਿਆ। ਇਸ ਸੌਣ ਨੂੰ ਵੀ 200 ਵਾਰ ਫਟਕਾਰ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ 200 ਵਾਰ ਫਟਕਾਰ। ਇਹ 5-5 ਦੇ ਪਾਏ ਸੂਟਾਂ ਨੂੰ, ਜਿਹੜੇ ਸੂਟ ਪਾ ਕੇ ਕਦੀ ਸੂਟ ਦੇਣ ਵਾਲੇ ਨੂੰ ਯਾਦ ਨਾ ਕੀਤਾ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਥੇ ਧ੍ਰਿਗ ਸ਼ਬਦ ਬਾਬਾ ਫਰੀਦ ਜੀ ਨੇ ਵਰਤਿਆ। ਕਹਿੰਦੇ ਧ੍ਰਿਗ ਤਿਨਾ ਕਾ ਜੀਵਿਆ, ਉਹਨਾਂ ਦਾ ਜੀਵਨ ਤਰਕਾਂਤ ਆ, ਉਹਨਾਂ ਦੇ ਜੀਵਨ ਨੂੰ ਧ੍ਰਿਗਿਆ, ਫਟਕਾਰਿਆ। ਕਿੰਨਾ ਦੇ ਨੂੰ? ਜਿੰਨਾ ਵਡਾਣੀ ਆਸ, ਵਡਾਣੀ ਹੁੰਦਾ ਪਰਾਈ ਆਸ ਉੱਤੇ ਬਹਿਣਾ, ਕਿਸੇ ਦੀ ਆਸ ਉੱਤੇ ਜੀਵਨ ਬਤੀਤ ਕਰਨਾ। ਅੱਜ ਤੇ ਮੇਰੇ ਪੰਥ ਕੋਲੋਂ ਆਪਣਾ ਆਪ ਸਾਹਮਣਾ ਔਖਾ ਹੀ ਹੋ ਗਿਆ। ਕਦੀ ਕੋਈ ਮੇਰੇ ਵਰਗਾ ਗੋਲ ਪੱਗ ਵਾਲਾ ਆ ਗਿਆ, ਉਹਨੂੰ ਆਖਿਆ ਬਾਬਾ ਜੀ ਪੈਟਰੋਲ ਪੰਪ ਲਾਉਣਾ ਹੈ, ਬਚਨ ਛੱਡੋ, ਤੇ ਉਹ ਵੀ ਮੇਰੇ ਵਰਗੇ ਠੱਗ ਫਿਰ ਬਚਨ ਛੱਡਦੇ ਨੇ। ਉਹ ਵੀ ਨਹੀਂ ਕਹਿੰਦੇ ਕਿ ਗੁਰਮੁਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬੋਲੋ, ਮਨ ਕੀ ਬਿਰਥਾ ਹੋਏ, ਜੇ ਉਹ ਤੇਰੇ ਮਨ ਦੀ ਬਿਰਥਾ ਵਾ, ਜੋ ਤੇਰੇ ਮਨ ਦੀ ਭਾਵਨਾ, ਆਪਣੇ ਗੁਰੂ ਨੂੰ ਕਹੋ, ਉਹ ਪੂਰੀ ਕਰੂਗਾ। ਮੈਂ ਇੱਕ ਬਚਨ ਕਰਦਾ ਹੁੰਦਾ, ਤੁਸੀਂ ਧਿਆਨ ਦਿਓ, ਇਕਾਗਰਤਾ ਥੋੜੀ ਜਿਹੀ ਬਖਸ਼ਿਓ। ਜਦੋਂ ਤੁਸੀਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ। ਜਦੋਂ ਅਰਦਾਸ ਕਰਾਉਣ ਲੱਗੇ ਸੋ ਤੇ ਤੁਸੀਂ ਖਲੋਤੇ ਸੋ ਤੇ ਸਾਹਮਣੇ ਗੁਰੂ ਸੀ, ਕਿੰਨੇ ਜਾਣੇ ਸੋ? ਤੁਸੀਂ ਤੇ ਗੁਰੂ ਕਿੰਨੇ ਹੋ ਗਏ? 2 ਹੋ ਗਏ ਨਾ। ਬੋਲੋ, ਡਰੋ ਨਾ। ਕਿੰਨੇ ਹੋ ਗਏ? 2 ਹੋ ਗਏ। ਇੱਕ ਬਾਬਾ ਲੱਭ ਲਿਆਂਦਾ ਤੁਸੀਂ, ਗੋਲ ਪੱਗ ਵਾਲਾ ਮੇਰੇ ਵਰਗਾ। ਉਹਨੂੰ ਆਖਿਆ ਬਾਬਾ ਜੀ ਮੇਰੀ ਅਰਦਾਸ ਕਰੋ।
ਉਹ ਵਿੱਚ ਖਲੋ ਗਿਆ, ਹੁਣ ਕਿੰਨੇ ਹੋ ਗਏ? 3 ਹੋ ਗਏ। ਤੁਸੀਂ ਪਿਛਾਂ ਅੱਗੇ ਖਲੋਗੇ ਅਰਦਾਸ ਵਾਲੇ ਕਿ ਪਿੱਛੇ? ਤੇ ਫਿਰ ਪਿਛਾਂ ਹੋਏ ਨਾ ਗੁਰੂ ਤੋਂ, ਅੱਗੇ ਅੱਗੇ ਤੋਂ ਦੂਰੀ ਵਧੀ ਨਾ। ਫਿਰ ਇਸ ਬਾਬੇ ਦੀ ਅਰਦਾਸ ਨਾ ਪੂਰੀ ਹੋਈ, ਫਿਰ ਤੀਸਰਾ ਹੋਰ ਬਾਬਾ ਲੱਭਾ। ਉਹਨੂੰ ਆਖਿਆ ਜੀ ਇੱਕ ਨੇ ਤੇ ਅਰਦਾਸ ਨਹੀਂ ਪੂਰੀ ਕੀਤੀ, ਤੁਸੀਂ ਕਰੋ। ਫਿਰ ਕਿੰਨੇ ਹੋ ਗਏ? 4 ਹੋ ਗਏ। ਤੁਸੀਂ ਕਿੰਨੇ ਗਾਂ ਹੋਏ ਕਿ ਪਿਛਾਂ ਹੋਏ? ਉਸ ਬਾਬੇ ਤੋਂ ਤੇ ਫਿਰ ਵੀ ਪਿੱਛੇ ਰਹਿਣਾ ਤੁਸੀਂ ਜਿਹਦੇ ਕੋਲੋਂ ਅਰਦਾਸ ਕਰਾਈ। ਇਸ ਤਰ੍ਹਾਂ ਹੀ ਆਪਾਂ ਅਰਦਾਸੀਏ ਵਿੱਚ ਪਾ ਪਾ ਕੇ ਆਪਣੇ ਗੁਰੂ ਤੋਂ ਦੂਰ ਹੋ ਗਏ। ਜਿੰਨੇ ਕੋਲ ਹੋ ਗਏ ਆਪਣੀ ਅਰਦਾਸ ਆਪ ਕਰੋ। ਮੇਰਾ ਸਤਿਗੁਰੂ ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਤੇ ਮਹਾਂਪੁਰਸ਼ਾਂ ਨੂੰ ਤੇ ਕਿਹਾ ਸੀ ਅਰਦਾਸ ਕਰਨੀ ਕਿਹਨੂੰ ਆਉਂਦੀ ਆ? ਜਿਹਨੇ ਕਹਿੰਦੇ ਅਰਦਾਸ ਉਹਦੀ ਮੰਨੀ ਜਾਂਦੀ ਜਿਹਨੂੰ ਅਰਦਾਸ ਆਉਂਦੀ ਨਾ ਹੋਵੇ। ਜਿਹਨੂੰ ਅਰਦਾਸ, ਜਿਹੜਾ ਅਰਦਾਸ ਕਰਨ ਦਾ ਬਹੁਤ ਆਦੀ ਆ ਉਹਦੇ ਕੋਲ ਤੇ ਸ਼ਬਦਾਂ ਦੇ ਜਾਲ ਤੋਂ ਬਿਨਾ ਕੱਖ ਵੀ ਨਹੀਂ। ਅਰਦਾਸ ਸ਼ਬਦਾਂ ਦਾ ਜਾਲ ਨਹੀਂ। ਅਰਦਾਸ ਤੇ ਤੁਸੀਂ ਗੁਰੂ ਅੱਗੇ ਖਲੋਤੇ ਹੋ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਜਲ ਵਗ ਰਿਹਾ ਹੋਵੇ, ਤੁਹਾਡੀ ਜੀਭਾ ਨਾ ਬੋਲ ਰਹੀ ਹੋਵੇ, ਤੁਹਾਡੀ ਭਾਵਨਾ ਗੁਰੂ ਦੇ ਅੱਗੇ ਬੋਲ ਰਹੀ ਹੋਵੇ। ਜੀਭਾ ਗੱਲਾਂ ਨਾ ਬਹੁਤੀਆਂ ਕਰੇ। ਇਹ ਕੀ ਕਹਿ ਰਿਹਾ ਜੀ ਮੈਂ ਪਾਪੀ ਬਣਾ ਵਾਂ, ਤੁਸੀਂ ਬਖਸ਼ਣ ਵਾਲੇ ਹੋ। ਇਹ ਤੁਸੀਂ ਦੱਸ ਕੇ ਉਹਨੂੰ ਦੱਸਣਾ ਹੈ ਕਿ ਤੁਸੀਂ ਪਾਪੀ ਬੜੇ ਹੋ? ਇਹ ਅਸੀਂ ਦੱਸਣਾ ਵਾ ਕਿ ਅਸੀਂ ਗੁਨਾਹ ਬਣਿਆ? ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਨ ਵਾਲਾ ਸਾਰੀ ਗੱਲ ਜਾਣਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਕਹਿੰਦੇ ਨੇ ਜਿਨ੍ਹਾਂ ਦਾ ਜੀਵਨ ਕਿਸੇ ਦੇ ਆਸਰੇ ਦੇ ਉੱਤੇ ਖਲੋਤਾ ਹੈ, ਧ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ। ਧ੍ਰਿਗੰਤੰਤ ਜੀਵਨ ਉਹਨਾਂ ਦਾ ਜਿਹੜੇ ਕਿਸੇ ਦੇ ਆਸਰੇ ਦੇ ਉੱਤੇ ਜੀਵਨ ਬਤੀਤ ਕਰਦੇ ਨੇ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਸਾ ਜੀ ਦੀ ਵਾਰ ਦੇ ਵਿੱਚ ਤੇ ਇੱਕ ਇੰਨਾ ਸੁੰਦਰ ਫੈਸਲਾ ਕਰ ਗਏ ਨੇ, ਆਪਣ ਹੱਥੀਂ ਆਪਣਾ, ਬੋਲੋ ਜਰਾ ਗੱਜ ਕੇ, ਆਪਣ ਹੱਥੀਂ ਆਪਣਾ। ਤੇ ਕਦੋਂ ਸਵਾਰੋਗੇ? ਕਦੋਂ ਬਾਬਿਆਂ ਕੋਲੋਂ ਅਰਦਾਸਾਂ ਕਰਾਉਣੀਆਂ ਬੰਦ ਕਰੋਗੇ? ਕਦੋਂ ਬਾਬਿਆਂ ਦੀਆਂ ਫੋਟੋ ਲਾਉਣੀਆਂ ਘਰ ਬੰਦ ਕਰੋਗੇ? ਕਦੋਂ ਪੂਜਾ ਕਰਨੀ ਬੰਦ ਕਰੋਗੇ ਇਹਨਾਂ ਸਾਧਾਂ ਦੀ? ਆਪਣੀ ਅਰਦਾਸ ਆਪ ਗੁਰੂ ਦੇ ਅੱਗੇ ਕਰੋ। ਉਹ ਸੁਣਦਾ ਏ, ਭੋਲੇ ਤੋਂ ਭੋਲੇ ਦੀ ਵੀ ਸੁਣਦਾ ਏ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਕਹਿਤ ਕਬੀਰ ਭਗਤ ਕਰ ਪਾਇਆ। ਭੋਲੇ ਭਾਏ ਮਿਲੇ, ਉਹ ਤੇ ਭੋਲਿਆਂ ਦਾ ਯਾਰ ਆ। ਉਹ ਤੇ ਬਹੁਤੀਆਂ ਗੱਲਾਂ ਕਰਨ ਵਾਲਿਆਂ ਨੂੰ ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਗੱਲਾਂ ਵਾਲਿਆਂ ਨੂੰ ਤੇ ਮਿਲਦਾ ਹੀ ਨਹੀਂ। ਇਸ ਕਰਕੇ ਮੇਰੇ ਸਾਹਿਬ ਦਾ ਇਹ ਬਚਨ ਚੇਤੇ ਰੱਖੋ। ਬਾਬਾ ਫਰੀਦ ਜੀ ਕਹਿੰਦੇ ਨੇ ਜਿਸ ਤਰ੍ਹਾਂ ਵੱਡੀ ਰਾਤ ਦੇ ਵਿੱਚ ਪਾਸੇ ਧੁੱਖ ਜਾਂਦੇ ਨੇ, ਇਸ ਤਰ੍ਹਾਂ ਬਗਾਨਿਆਂ ਦੇ ਬੂਹਿਆਂ ਉੱਤੇ ਬੈਠਿਆਂ ਅੱਕ ਜਾਈਦਾ, ਮਿਲਦਾ ਕੱਖ ਨਹੀਂ। ਜੇ ਕੁਝ ਪਾਉਣਾ ਹੈ ਤੇ ਆਪ ਆਓ ਗੁਰੂ ਦੀ ਸ਼ਰਨ ਵਿੱਚ। ਜੇ ਕੁਝ ਪਾਉਣਾ ਤੇ ਆਪ ਗੁਰੂ ਦੀ ਸ਼ਰਨ ਵਿੱਚ ਆਣ ਕੇ ਮੇਰੇ ਸਤਿਗੁਰੂ ਨੂੰ ਡਾਇਰੈਕਟ ਆਖੋ, ਪਿਤਾ ਹਉ ਜਾਨੋ ਨਾਹੀ ਤੇਰੀ ਕਵਨ ਗਾਤਾ। ਕਿਤੇ ਇੱਥੇ ਆਣ ਕੇ ਆਖੋ ਰਮਈਆ ਹਉ ਬਾਰਕ ਤੇਰਾ, ਆਖੋ ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਿਤੇ ਇੱਕ ਵਾਰ ਡਿੜਕਲੀਆਂ ਲੈ ਲੈ ਕੇ ਆਖੋ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰੇ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ, ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ। ਸੋਤੇ ਅਪਰਾਧ ਕਰਤ ਹੈ जेते, जननी चीत न राख सतेते। हम तुम बीच भयो नहीं कोई, तुम्हें सुकंत नार हम सोई। बड़ा सुंदर बचन है, एक बार आखो सतनाम श्री। ये बचन बड़ा प्यारा लगता है, ये बचन बड़ा खा जाता है जीवन नूं। ये बचन विच मेरे साहब कहते ने, तू मेरा पति ते मैं तेरी पत्नी, तुम्हें सुकंत हम तुम बीच भयो नहीं कोई। बोलो हम तुम बीच, फिर किथों आ कितना कढोगे बाबे, कितना कढोगे पंडित नूं विचों, कितना कढोगे सैयद बुखारी नूं विचों, कितना कढोगे पुच्छां वालियां नूं विचों, कितना कढोगे धागियां वालियां नूं विचों। उत्थे ते बापू जी बाबा कबीर जी कहंदे, हे मेरे निरंकार, तेरे ते मेरे विच तीसरा कोई नहीं। हम तुम बीच भयो नहीं कोई, तुम्हें सो कंत नार हम सोई। हे मेरे साहिबा, तू मेरा पति ते मैं तेरी पत्नी, ते हुण तीसरा ते है कोई नहीं। इस करके किसे दी आस उत्ते ना जियो। आप अपने पति परमेश्वर अगे बेनती करो, वो सदा सुनदा वा, वो गल नाल लाउंदा है, वो प्यार करदा वा, वो भुलिया आप समझाए सी। जे ये भी मन विच आ जाए कि मैं भुलिया बड़ा वा, ते आ बचन आसा दिंदा है, आसरा दिंदा वा कि भुलिया आप समझाए सी। बोलो भुलिया। फिर एक बार विश्वास विच आखो, भुलिया। जे असीं भुल भी जाइए
ਤੇ ਸਮਝਾ ਲੈਂਦਾ ਏ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ। ਨਾ ਕਿਸੇ ਦੇ ਆਸਰੇ ਉੱਤੇ ਜੀਵਨ ਬਤੀਤ ਕਰੋ। ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਰਾਤ ਵੱਡੀਆਂ ਦੇ ਵਿੱਚ ਪਾਸੇ ਧੁੱਖ ਜਾਂਦੇ ਨੇ ਤੇ ਥੱਕ ਜੀਦਾ ਸੁੱਤਿਆਂ, ਇਸ ਤਰ੍ਹਾਂ ਕਿਸੇ ਦੇ ਬੂਹੇ ਅੱਗੇ ਬੈਠਿਆ ਜੀਵਨ ਆ ਕਿਵੇਂ ਨਾਲ ਭਰ ਜਾਂਦਾ ਹੈ, ਪ੍ਰਾਪਤੀ ਕੋਈ ਨਹੀਂ ਹੁੰਦੀ। ਹਾਂਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆ। ਇੱਕ ਵਾਰ ਆਪਣੇ ਪਰਿਵਾਰ ਦੇ ਭਲੇ ਲਈ ਤੇ ਪੰਥ ਦੇ ਭਲੇ ਲਈ, ਇਸ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਕਰਨ ਵਾਲੀਆਂ ਰੂਹਾਂ ਰੋਮ ਰੋਮ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਪਹਿਲੇ ਸ਼ਬਦ ਵਿੱਚ ਵੀ ਜੀਵਨ ਦੀ ਜਾਂਚ ਦੱਸਦੇ, ਕਹਿੰਦੇ ਨੇ ਵੇਖੋ ਕਿਸੇ ਦੇ ਬੂਹੇ ਅੱਗੇ ਵੀ ਕੇ ਜੀਵਨ ਬਤੀਤ ਨਾ ਕਰਿਓ। ਬਾਬਾ ਜੀ ਅੱਗੇ ਜਾ ਕੇ ਤੇ ਇਸ ਤਰ੍ਹਾਂ ਦਾ ਵੀ ਇੱਕ ਬਚਨ ਕਹਿੰਦੇ ਨੇ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ, ਜੇ ਤੂੰ ਤੁਠਾ ਕਿਰਪਾ ਨਦਾਨ, ਅੱਗੇ ਪੜੋ, ਨਾ ਦੂਜਾ ਬਸ ਦੂਜਾ ਭਾਉ ਹੀ ਪਵਾੜਾ ਏ। ਜਿਹਦੇ ਅੰਦਰ ਦੂਜਾ ਭਾਉ ਆ ਗਿਆ, ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਅੱਗੇ ਜਾ ਕੇ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ। ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ, ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ। ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ ਤੇ ਮੈਨੂੰ ਪਤਾ, ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨਹੀਂ। ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ, ਛੋਲਿਆਂ ਦੀ ਦੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ ਛੋਲੇ ਤੇ ਗਰਮ ਹੁੰਦੇ ਨੇ। ਤੇ ਦਾਸ ਨੇ ਬੇਨਤੀ ਕੀਤੀ, ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਹੈ, ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅਤਵਾਈ ਕਿਉਂ? ਧਿਆਨ ਦਿਓ ਕਿਉਂ? ਦੋ ਹੋ ਗਈ। ਕੀ ਹੋ ਗਈ? ਦੋ ਫਾੜ ਹੋ ਗਈ ਨਾ, ਦੋ ਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ, ਉਗਦਾ ਹੈ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿੱਚ ਦਾਲ ਦੀ ਬੀਜ ਦਿਓ, ਦਾਲ ਤੇ ਉਗਣੀ ਨਹੀਂ, ਕਿਉਂਕਿ ਦੋ ਹੋ ਗਈ। ਕੀ ਹੋ ਗਈ? ਦੋ ਹੋ ਗਈ ਨਾ। ਦੋ ਫਾੜ ਚੀਜ਼ ਤੇ ਕੋਈ ਵੀ ਨਹੀਂ ਉਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ, ਉਹਦੀ ਬੰਦਗੀ ਕਦੀ ਉਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ। ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਇਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ ਜੇ। ਅੱਜ ਸੱਜਣਾ ਕੋਲੋਂ ਸੱਜਣ ਪਾਸਾ ਵੱਟ ਜਾਂਦੇ। ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ। ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ 'ਚ 5 ਰੁਪਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾਂ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ ਸਰਵਣ ਕਰੋ ਜੀ। ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾਂ। ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਤਨਾ ਜਲਦਾ ਵਾ ਜਿਸ ਤਰ੍ਹਾਂ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ। ਪਛਤਾਵੇ ਦੀ ਅੱਗ ਮੈਨੂੰ ਸਾੜਦੀ ਆ। ਹੈ ਮੇਰੀ ਇਹ ਜਿੰਦੜੀਏ 3 ਰੁਪਏ ਤੂੰ ਰੱਖ ਲੈਣੀ ਹੋ, 2 ਰੁਪਏ ਕਿਸੇ ਨੂੰ ਦੇ ਦੇਣੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ। ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ। ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਥੈਲੀ ਕੀਨੀ ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ ਮੇਰਾ। ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ 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 ਕਰਦਾ ਮਰ ਜਾਂਦਾ ਵਾ। ਤੇ ਉਹ ਫਿਰ ਮਿੱਟੀ 'ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ 'ਚ ਹੀ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10 ਲੱਖ ਰੁਪਈਆ ਬੈਂਕ ਵਿੱਚ ਪਿਆ ਵਾ, ਕਾਪੀ ਵੀ ਪਤਾ ਨਹੀਂ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ 'ਚ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ। ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ। ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ।
ਕੋਈ ਗੁਰਦੁਆਰੇ ਲਈ ਆ ਜਾਂਦਾ, ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ, ਤੇ ਮੇਰੇ ਕੋਲ ਪੈਸੇ ਹੈਗੇ, ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿੱਚ ਬਚਨ ਕੀਤਾ ਵਾ, ਦਮੜਾ ਤਿਸੀ ਕਾ, ਬੋਲੋ ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਿਲਾਏ ਰਜ਼ਾਵੇ, ਖੁਦਾਏ ਹੋਤਾ ਨਾ ਰਾਖੇ, ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਭਿਸਟ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ। ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ, ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ ਜਰਾ, ਜਿੰਨੇ ਤੁਸੀਂ ਬੈਠੇ ਹੋ, ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਆ? ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਏ ਕਮਾਉਂਦੇ ਹੋ ਤੇ 1 ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ। ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਏ ਗੁਰੂ ਲਈ ਜ਼ਰੂਰ ਕੱਢੋ। ਜੇ 1000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ, 1000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ, ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਨੇ ਜੀ, ਘਰ ਹੀ ਕੁਝ ਨਹੀਂ, ਦਈਏ ਕੀ। ਮਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ ਮੈਨੂੰ ਬੜਾ ਦੁੱਖ ਹੁੰਦਾ, ਇਸ ਤਰ੍ਹਾਂ ਮੇਰਾ ਸਰੀਰ ਫਿਰ ਤਪਦਾ ਵਾ ਜਿਸ ਤਰ੍ਹਾਂ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ, ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ ਹੈ, ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਨਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ। ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ, ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ, ਆਖੋ ਸਤਨਾਮ ਸ੍ਰੀ, ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ, ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜਾਏ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ, ਉਹ ਦੁਸ਼ਮਣ ਨਹੀਂ ਰਹੂਗਾ। ਜੇ ਮਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਤੇ ਗੁਰਮੁਖ ਪਿਆਰਿਓ, ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ? ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ, ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ। ਪੰਜਾਬ ਚ ਹੁਣ ਵੀ ਜਾਓ, ਤੁਸੀਂ ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ 'ਚ ਪੰਜਾਬ ਜਾਓ, ਕਿਤੇ ਜਾਓ, ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲਓ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਗੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ, ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਆ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ, ਇੰਨਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ, ਮੇਰੇ ਘਰੋਂ ਕੋਈ ਖਾਲੀ ਮੁੜ ਜਵੇ। ਹਾਂਜੀ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਇਹ ਵੀ ਬੜਾ ਪਿਆਰਾ ਸੁਤਰਿਆ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੈ ਦਾਖ, ਆ ਜਿਹੜੇ ਤੁਸੀਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ, ਵੈਸੇ ਅੰਗੂਰ ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿਕਰਾਂ ਹੈ। ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ। ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿਕਰਾਂ ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੈ ਦਾਖ ਬਿਜੋਰੀਆਂ, ਲੋੜਦਾ ਵਾ, ਉਹ ਵੀ ਬਜੌਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੌਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ। ਬੀਜਦਾ ਕੀ ਆ?
ਤੇ ਕਹਿੰਦਾ ਲੱਗਣ ਕੀ ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ, ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਨਾ ਹੋ ਜਾਣਗੇ? ਦੱਸੋ ਹੋ ਜਾਣਗੇ? ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ੍ਹ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ੍ਹ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂ ਸੋ ਬਣ ਜਾਊਗਾ? ਉਹ ਗੁਰਮੁਖੋ ਬਣ ਜਾਊਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ 'ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ, ਇਹ ਬੰਦਾ ਕਿਸ ਤਰ੍ਹਾਂ ਦਾ ਵਾ, ਇਹਦਾ ਫੈਸਲਾ ਵਿੱਚ ਬੀਜੇ ਵੇਖ ਮੰਗੇ ਆ ਮੰਗਦਾ ਅੰਮ੍ਰਿਤ। ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ, ਧਿਆਨ ਦਿਓ, ਕਮਾਈ ਲਿਆਵਾਂ ਹੇਰਾ ਫੇਰੀ ਦੀ, ਸਾਰਾ ਦਿਨ ਬੇਈਮਾਨੀ ਕਰਾਂ, ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ, ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ ਕਿਸ ਤਰ੍ਹਾਂ ਹੋ ਸਕਦਾ ਹੈ? ਬੀਜੇ ਵੇਖ, ਅੰਦਰ ਤੇ ਉਹਦੇ ਕੀ ਪਾ ਰਿਹਾ ਹੈ? ਬੇਈਮਾਨੀ। ਵਿਖਿਆ ਕੇ ਧਨ, ਗੱਜ ਕੇ ਬੋਲਿਆ ਕਰੋ, ਵਿਖਿਆ ਕੇ ਧਨ ਸਦਾ ਦੁੱਖ ਹੋਏ, ਵਿਖਿਆ ਕੇ ਧਨ, ਵਿਖਿਆ ਬੇਈਮਾਨੀ। ਗੁਰੂ ਦੇ ਸਿੱਖੋ, ਇਹ ਮਹਿਲ ਗੁਰਸਿੱਖੀ ਦਾ ਤੇ ਖਾਲਸੇ ਦਾ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਖਾਲਸਾ ਰਾਜ ਕਰਨਾ ਹੈ, ਜੇ ਖਾਲਸਾ ਰਾਜ ਕਰਨਾ ਹੈ ਤੇ ਖਾਣਾ ਪੀਣਾ ਤੇ ਕਮਾਈ ਸ਼ੁੱਧ ਕਰ ਲਓ ਤਾਂ ਹੋ ਜੂ। ਜੇ ਕਮਾਈ ਸ਼ੁੱਧ ਨਾ ਹੋਈ, ਜੇ ਖਾਣਾ ਪੀਣਾ ਸ਼ੁੱਧ ਨਾ ਹੋਇਆ, ਤੇ ਕਦੀ ਵੀ ਦਿਨ ਨਾ ਉਹ ਗਿਣਿਓ ਜਿੱਦਣ ਤੁਹਾਡਾ ਰਾਜ ਧਰਤੀ ਤੇ ਹੋ ਜੂ। ਇਹ ਤੇ ਦਿਨੋਂ ਦਿਨ ਜਿਸ ਤਰ੍ਹਾਂ ਗਰਦਸ਼ ਵਿੱਚ ਡਿੱਗਦੇ ਜਾ ਰਹੇ ਹੋ, ਇਹ ਦਿਨੋਂ ਦਿਨ ਤੇ ਆਪਾਂ ਉਸ ਖੂਹ ਵਿੱਚ ਪੈਂਦੇ ਜਾ ਰਹੇ ਹਾਂ ਜਿੱਥੋਂ ਸਾਡੇ ਨਿਕਲਣ ਦਾ ਰਾਹ ਹੀ ਕੋਈ ਨਹੀਂ। ਖਾਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ, ਪੀਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ, ਵੇਖਣੀ ਸਾਡੀ ਗੁਰੂਆਂ ਵਾਲੀ ਨਾ ਰਹੀ, ਸੁਣਨੀ ਸਾਡੀ ਗੁਰੂਆਂ ਵਾਲੀ ਨਾ ਰਹੀ, ਕਰਨੀ ਸਾਡੀ ਗੁਰੂਆਂ ਵਾਲੀ ਨਾ ਰਹੀ। ਉਹ ਜਿਨ੍ਹਾਂ ਪ੍ਰਾਤਨ ਗੁਰਸਿੱਖਾਂ ਦੀ ਗੁਰੂਆਂ ਵਰਗੀ ਕਰਨੀ ਸੀ ਨਾ, ਉਹਨਾਂ ਨੇ ਖੋਪਰੀ ਲਵਾਈ ਤੇ ਜਲਾਦ ਮੂੰਹ ਦੇ ਵਿੱਚ ਉਂਗਲਾਂ ਪਾ ਗਿਆ, ਕਿਹੜੀ ਮਿੱਟੀ ਦੇ ਬਣੇ ਹੋ? ਉਹਨਾਂ ਚਰਖੜੀਆਂ ਤੇ ਚੜ ਕੇ ਆਪਣੇ ਆਪ ਨੂੰ ਤੁੰਬਿਆਂ ਨਾਲ ਉਡਾ ਲਿਆ, ਮਗਰ ਕਾਜੀ ਵਰਗੇ ਮੂੰਹ 'ਚ ਉਂਗਲਾਂ ਪਾ ਗਏ ਕਿ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ। ਉਹਨਾਂ ਨੂੰ ਵੇਖ ਕੇ ਚੇਤੇ ਆਉਂਦਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਕੈਸਾ ਗੁਰੂ ਸੀ। ਅੱਜ ਜਦੋਂ ਸ਼ਰਾਬ ਦੀ ਹੱਟੀ ਦੇ ਉੱਤੇ, ਮਾਸ ਦੀਆਂ ਦੁਕਾਨਾਂ ਦੇ ਉੱਤੇ ਸਿੱਖਾਂ ਨੂੰ ਖਲੋਤਿਆਂ ਵੇਖਦੇ ਆ ਤੇ ਮਨ ਵਿੱਚ ਸ਼ੰਕਾ ਲੋਕੀ ਕਰਦੇ ਹੋਣਗੇ ਇਹਨਾਂ ਦਾ ਗੁਰੂ ਵੀ ਇਸ ਤਰ੍ਹਾਂ ਦਾ ਹੀ ਹੋਊ। ਉਹ ਜਿਹੋ ਜਿਹਾ ਗੁਰੂ ਹੁੰਦਾ ਉਹੋ ਜੀ ਰਿਆਇਆ ਹੁੰਦੀ ਆ, ਜਿਹੋ ਜਿਹੇ ਗੁਰੂ ਦੇ ਲੱਛਣ ਕਰੈਕਟਰ ਹੁੰਦਾ ਵਾ, ਉਹਦੇ ਸਿੱਖ ਤੋਂ ਪਤਾ ਲੱਗਦਾ ਵਾ ਕਿ ਇਹਦੇ ਸਿੱਖ ਦੇ ਕਰੈਕਟਰ ਤੋਂ ਪਤਾ ਲੱਗਦਾ ਇਹਨਾਂ ਦੇ ਗੁਰੂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ। ਆਪਣੇ ਅੰਦਰ ਝਾਤੀ ਮਾਰੋ, ਬੀਜੇ ਵੇਖ ਤੇ ਮੰਗੇ ਅੰਮ੍ਰਿਤ ਵੇਖੋ, ਇਹ ਨਿਆਂ ਵੇਖ ਲੋ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਜੱਟ ਕਿੱਕਰਾਂ ਦੇ ਬੀਜ ਬੀਜ ਕੇ ਕਹਿੰਦਾ ਵਾ ਬਜੌਰੀਆਂ, ਬਜੌਰ ਦੇ ਅੰਗੂਰ ਇਹਦੇ ਉਗਣੇ ਕਿਸ ਤਰ੍ਹਾਂ ਹੋ ਸਕਦੇ ਨੇ? ਹਾਂਜੀ, ਹੰਡੈ ਉਨਕ ਤਾਏ ਦਾ ਪੈਦਾ ਲੋੜੈ ਪਟ। ਇਹ ਦੋਵਾਂ ਸ਼ਬਦਾਂ ਨੂੰ ਜਰਾ ਪਿਆਰ ਨਾਲ ਨਖੇੜ ਕੇ ਪੜੋ, ਹੰਡੇ ਉਨਕ ਤਾਏ ਦਾ। ਹੰਡੇ ਦਾ ਮਤਲਬ ਜੀਵਨ ਬਤੀਤ ਕਰ ਲੈਂਦਾ ਹੈ, ਹੰਡੇ ਦਾ ਮਤਲਬ ਹੰਡ ਜਾਣਾ, ਬਤੀਤ ਕਰ ਦੇਣਾ। ਸਾਰਾ ਜੀਵਨ ਬਤੀਤ ਕਰ ਲਿਆ ਉਨ ਕੱਤਦਿਆਂ ਕੱਤਦਿਆਂ। ਕੀ ਕੱਤਦਿਆਂ? ਉਨ। ਹੰਡੇ ਉਨ ਕਤਾਏ ਦਾ, ਸਾਰਾ ਜੀਵਨ ਤੇ ਬਤੀਤ ਕੀਤਾ ਉਨ ਬੁਣਦਿਆਂ ਬੁਣਦਿਆਂ। ਤੇ ਪੈਂਦਾ ਲੋੜੇ ਪੱਟ, ਪੱਟ ਮਣੇ ਰੇਸ਼ਮ। ਜੇ ਬੰਦਾ ਉਨ ਕੱਤਣ ਵਾਲਾ ਇਹ ਸੋਚੇ ਕਿ ਮੈਨੂੰ ਰੇਸ਼ਮ ਦੇ ਕੱਪੜੇ ਉਹਦੇ ਚੋਂ ਮਿਲ ਜਾਣ, ਕਿਤਨਾ ਮਿਲਣਗੇ? ਜੇ ਬੰਦਾ ਕਿਕਰਾਂ ਬੀਜਣ ਵਾਲਾ ਆਖੇ ਮੈਨੂੰ ਅੰਗੂਰ ਘਰ ਵਿੱਚ ਢੇਰ ਲੱਗ ਜਾਣ, ਉਹ ਪਿਆਰਿਓ ਕਿਤਨਾ ਲੱਗ ਜਾਣਗੇ? ਇਸ ਤਰ੍ਹਾਂ ਹੀ ਬੇਈਮਾਨੀ ਕਰਨ ਵਾਲਾ ਇਨਸਾਨ ਕਿਤਨਾ ਸੁਖੀ ਰਹਿ ਸਕਦਾ ਹੈ? ਬੇਈਮਾਨੀ ਬੀਜਣ ਵਾਲਾ, ਬੇਈਮਾਨੀ ਦਾ ਪੈਸਾ ਘਰ 'ਚ ਲਿਆਉਣ ਵਾਲਾ ਆਪਣੇ ਬੱਚਿਆਂ ਨੂੰ ਗੁਰਮੁਖ ਕਿਤਨਾ ਬਣਾ ਸਕਦਾ ਹੈ? ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਆ, ਅੱਜ ਮੰਨ ਲਿਓ, ਕੱਲ ਮੰਨ ਲਿਓ, ਆਉਣ ਵਾਲੀ ਨਸਲ ਨੂੰ ਮੰਨ ਲਿਓ, ਅਗਲੇ ਜਨਮ ਨੂੰ ਮੰਨ ਲਿਓ। ਸੱਜਣੋ, ਉਦੋਂ ਹੀ ਤੁਹਾਡਾ ਹੱਲ ਹੋਣਾ ਹੈ ਜਦੋਂ ਤੁਹਾਡੀ ਕਮਾਈ ਸ਼ੁੱਧ ਹੋਈ। ਬਸ ਇਸ ਗੱਲ ਤੇ ਟਿਕਿਆ ਜੇ। ਦਸਾਂ ਨਵਾਂ ਦੀ ਕਿਰਤ ਜਦੋਂ ਸਿੱਖ ਕਰਦੇ ਸੀ ਨਾ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਤੇ ਪਿਓ ਨੂੰ ਫਾਂਸੀ ਹੋਣ ਲੱਗੀ ਤੇ ਪੁੱਤ ਪਿਓ ਗੋਲੀ ਖਾਣ ਲੱਗਾ। ਆਪ ਜੀ ਨੂੰ ਪਤਾ ਹੈ, ਜਦੋਂ ਡੱਲੇ ਚੌਧਰੀ ਬੰਦੂਕ ਦਾ ਟੈਸਟ ਲੈਣ ਲੱਗੇ ਨੇ, ਤੇ ਪਿਓ ਕਹਿੰਦਾ ਸੀ ਕਿ ਗੋਲੀ ਮੇਰੀ ਛਾਤੀ 'ਚ ਵੱਜੇ, ਮਗਰ ਜਿਨ੍ਹਾਂ ਨੂੰ ਦਸਾਂ ਨਵਾਂ ਦੀ ਕਿਰਤ ਖਾਧੀ ਉਹਨਾਂ ਦਾ ਬੱਚਾ ਅੱਗੇ ਹੋ ਕੇ ਕਹਿੰਦਾ ਨਹੀਂ, ਮੇਰਾ ਪਿਓ ਬਜ਼ੁਰਗਿਆ, ਛਾਤੀ ਮੇਰੀ 'ਚ ਗੋਲੀ ਵੱਜੇ। ਅੱਜ ਕਿੱਥੇ ਚਲੇਗੀ ਸਿੱਖੀ? ਅੱਜ ਕਿਸੇ ਬੱਚੇ ਨੂੰ ਤੁਸੀਂ ਕੇਸ ਰੱਖਣ ਨੂੰ ਕਹਿ ਕੇ ਵੇਖ ਲਓ,
ਬਿਲਕੁਲ ਨਹੀਂ ਰੱਖਦਾ। ਕਹਿੰਦਾ ਇਹਦੇ 'ਚ ਕੀ ਰੱਖਿਆ ਹੈ? ਇਹ ਗਿਰਾਵਟ ਕਿਉਂ ਆਈ ਆ? ਗੁਰੂ ਦੀ ਹਜ਼ੂਰੀ 'ਚ ਆਪ ਜੀ ਨੂੰ ਬੇਨਤੀ ਕਰ ਰਿਹਾ, ਸਾਡੀ ਕਮਾਈ ਭ੍ਰਿਸ਼ਟ ਹੋ ਗਈ। ਇਸ ਹਵਾ ਦੇ ਮਹਿਲ ਵਿੱਚ ਭਾਵੇਂ ਜਿਉਂਦੇ ਰਹੋ, ਇੱਕ ਜਨਮ ਜੀ ਲੋ, ਦੋ ਜਨਮ ਜੀ ਲੋ, ਗੁਰਸਿੱਖੋ ਧਾਵਾਂ ਮਾਰ ਕੇ ਪਰਮੇਸ਼ਵਰ ਦੇ ਦਰ ਨੂੰ ਰੋ ਕੇ ਜਾਣਾ ਪਊਗਾ। ਥੋੜੀ ਖਾ ਲੋ, ਅਚਾਰ ਨਾਲ ਖਾ ਲੋ, ਲੂਣ ਨਾਲ ਖਾ ਲੋ, ਮਗਰ ਦਸਾਂ ਨਵਾਂ ਦੀ ਕਿਰਤ ਦੀ ਖਾਓ, ਨਾ ਮਾੜੀ ਕਮਾਈ ਖਾਓ, ਨਹੀਂ ਤੇ ਉਹਦੇ ਦਰ ਤੇ ਰੋਣ ਤੋਂ ਬਿਨਾ ਕੱਲੇ ਕੱਖ ਨਹੀਂ ਪੈਣਾ। ਜੇ ਘਰ ਵਿੱਚ ਗੁਰਮੁਖ ਪੈਦਾ ਕਰਨੇ ਚਾਹੁੰਦੇ ਜੇ ਬੱਚੇ ਭਾਈ ਤਾਰੂ ਸੋਂ ਬਣਾਉਣਾ ਚਾਹੁੰਦੇ ਹੋ, ਜੇ ਬੱਚਿਆਂ ਨੂੰ ਆਪਣਿਆਂ ਨੂੰ ਗੁਰਸਿੱਖ ਬਣਾਉਣਾ ਚਾਹੁੰਦੇ ਹੋ, ਤੇ ਥੋੜੀ ਖਵਾ ਲਓ, ਅਚਾਰ ਨਾਲ ਦੇ ਦਿਓ ਰੋਟੀ, ਬ੍ਰੈਡ ਖਾ ਕੇ ਗੁਜ਼ਾਰਾ ਕਰ ਲੈਣ, ਪਾਣੀ ਪੀ ਕੇ ਢਿੱਡ ਭਰ ਲੈਣ। ਇਹਨਾਂ ਨੂੰ ਨਾ ਜੂਸ ਪਿਆਓ, ਮਗਰ ਬੇਈਮਾਨੀ ਦੇ ਨਾ ਪਿਆਓ। ਬਾਬਾ ਜੀ ਕਹਿੰਦੇ ਨੇ ਜੇ ਇਹ ਬੇਸ ਹੋਇਆ ਤੇ ਭੋਲਿਆ ਕਿਕਰਾਂ ਬੀਜ ਕੇ ਕਦੀ ਅੰਗੂਰ ਨਹੀਂ ਵੱਡੇ ਜਾਂਦੇ, ਤੇ ਉੱਨ ਬੀਜ ਕੇ ਕਦੀ ਰੇਸ਼ਮ ਦੇ ਕੱਪੜੇ ਨਹੀਂ ਪਾਏ ਜਾਂਦੇ। ਇਹ ਉਪਦੇਸ਼ ਜੀਵਨ ਦੀ ਜਾਂਚ ਦੱਸਦੇ ਨੇ ਬਾਬਾ ਜੀ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗਲੀਏ ਚਿੱਕੜ ਦੂਰ ਘਰ, ਘਰ ਸ਼ਬਦ ਜੇ ਕਰ ਨਹੀਂ, ਗਲੀਏ ਚਿੱਕੜ ਦੂਰ ਘਰ। ਕਈ ਵਾਰ ਆਪਾਂ ਇਸ ਤਰ੍ਹਾਂ ਪੜ੍ਹ ਲੈਂਦੇ ਗਲੀਏ ਚਿੱਕੜ ਦੂਰ ਘਰ। ਆ ਕੱਲ ਪਰਸੋਂ ਮੈਂ ਇੱਕ ਗੁਰਸਿੱਖ ਦੇ ਕੋਲ ਬੈਠਾ ਸਾਂ ਇੱਥੇ, ਤੇ ਜਦੋਂ ਆਨੰਦ ਸਾਹਿਬ ਦਾ ਪਾਠ ਹੋਇਆ ਤੇ ਬੜਾ ਸਿਆਣਾ ਗੁਰਸਿੱਖ ਕਹਿ ਰਿਹਾ, ਵਾਜੇ ਅਨਹਦ ਧੂਰੇ। ਵਾਜੇ ਅਨਹਦ ਕੀ ਆ ਉੱਥੇ? ਤੂਰੇ 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 ਤੱਤੇ ਨਾਲ ਤੁਰੀਆਂ, ਤੁਰੀਆਂ ਵੱਜਣੀਆਂ ਅੰਦਰ। ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ। ਜਦੋਂ ਗੁਰੂ ਦੇ ਚਰਨਾਂ ਨਾਲ ਜੀਵ ਆਤਮਾ ਜੁੜ ਜਾਂਦੀ ਆ ਤੇ ਅੰਦਰ ਤੁਰੀਆਂ ਦਾ ਨਾਦ ਹੁੰਦਾ ਹੈ, ਅੰਦਰ ਤੁਰੀਆਂ ਵੱਜਦੀਆਂ ਨੇ। ਮਗਰ ਜਦੋਂ ਜਾਪ ਵਿੱਚ ਪੂਰਾ ਜੁੜ ਜਾਂਦੀ ਆ ਜੀਵ ਆਤਮਾ, ਫਿਰ ਅੰਦਰੋਂ ਤੁਰੀਆਂ ਸੁਣਦੀਆਂ ਨੇ, ਅੰਦਰੋਂ ਵਾਜਾ। ਜਿਹੜੇ ਸਤਿਗੁਰੂ ਅਨਹਦ ਆਵਾਜ਼ ਨਾਦ ਦੀ ਗੱਲ ਕਰਦੇ ਨੇ, ਉਹ ਨਾਦ ਦੀ ਗੱਲ ਕਰਦੇ ਮੇਰੇ ਸਾਹਿਬ ਜੀ ਕਹਿੰਦੇ। ਇੱਥੇ ਵੀ ਚੇਤਾ ਰੱਖਿਓ, ਗਲੀਏ ਚਿੱਕੜ, ਗਲੀਆਂ ਦੇ ਵਿੱਚ ਚਿੱਕੜ ਆ। ਦੂਰ ਘਰ, ਘਰ ਮੇਰਾ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਦੂਰ ਆ। ਨਾਲ ਪਿਆਰੇ ਨਿਓ, ਉਸ ਪਰਮੇਸ਼ਵਰ ਨਾਲ ਮੇਰਾ ਪਿਆਰ ਪੈ ਗਿਆ ਹੈ, ਜਿਹਦੇ ਨਾਲ ਮੈਂ ਪਿਆਰ ਕਰਦੀ ਆ। ਬਾਬਾ ਫਰੀਦ ਜੀ ਕਹਿੰਦੇ ਨੇ ਉਹਦਾ ਘਰ ਬੜਾ ਦੂਰ ਆ ਤੇ ਗਲੀਆਂ ਦੇ ਵਿੱਚ ਚਿੱਕੜ ਭਰਿਆ ਪਿਆ ਹੈ। ਹਾਂਜੀ। ਚੱਲਾ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ ਹੋ। ਜੇ ਮੈਂ ਉਹਦੇ ਘਰ ਨੂੰ ਤੁਰਦੀ ਆ ਤੇ ਕੰਬਲੀ ਭਿੱਜਦੀ, ਕੱਪੜੇ ਭਿੱਜਦੇ ਨੇ, ਮਗਰ ਕੱਪੜੇ ਤੇ ਭਿੱਜਦੀਆਂ, ਮਗਰ ਰਹਿ ਪਈ ਮੈਂ ਘਰ ਵੀ ਕੱਪੜੇ ਨਾ ਭਿੱਜ ਜਾਣ। ਮਗਰ ਹੁਣ ਮੋਏ ਰਹਿਣ ਨਾ ਵਿਖਾਵੇ, ਨੀਂਦ ਨਾ ਆਵੇ। ਇਹ ਵਿਛੋੜਾ ਹੈ, ਰਾਤ ਨੀਂਦ ਨਾ ਆਈ ਤਰਫਦੀ ਦੀ। ਹਾਏ ਉੱਥੇ ਸੰਗਤ ਚ ਕਿਹੋ ਜੀ ਕਥਾ ਹੋ ਗਈ ਹੋਗੀ, ਉੱਥੇ ਕਿਹੋ ਜਿਹਾ ਕੀਰਤਨ ਹੋਊਗਾ। ਹੋ ਸਕਦਾ ਕੋਈ ਕਰਮਾਤਮਾ ਜੁੜ ਗਈ ਹੋਵੇ ਤੇ ਜੁੜ ਕੇ ਜਪਣ ਲੱਗ ਪਈ ਹੋਵੇ, ਵਾਹ ਗੁਰੂ 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 ਵਾਹ। ਹੋ ਸਕਦਾ ਕਿਸੇ ਦੀ ਸੁਰਤ ਜੁੜ ਗਈ ਹੋਵੇ ਤੇ ਮੈਂ ਉਸ ਲਾਭ ਤੋਂ ਵਾਂਝੀ ਕਿਉਂ ਰਹਿ ਗਈ। ਜੇ ਜਾਨੀ ਆ ਤੇ ਕੱਪੜੇ ਭਿੱਜਦੇ ਨੇ। ਇੱਕ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ। ਬੋਲੋ, ਸਮੁੰਦ ਸਾਗਰ ਹੋਵੇ, ਇੱਕ ਪਾਸੇ ਸਿੱਖ ਖਲੋਤਾ ਹੋਵੇ, ਦੂਸਰੇ ਪਾਸੇ ਸਿੱਖ ਨੂੰ ਦੱਸ ਦਿੱਤਾ ਜਾਵੇ ਕਿ ਉਸ ਕੰਢੇ ਦੇ ਉੱਤੇ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਤੇ ਫਿਰ ਸਿੱਖ ਦਾ ਪਿਆਰ ਗੁਰੂ ਰਾਮਦਾਸ ਸਾਹਿਬ ਇਸ ਤਰ੍ਹਾਂ ਦਾ ਹੋਵੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਇੰਨਾ ਖਾਰਾ ਸਮੁੰਦਰ ਹੋਵੇ ਤੇ ਆਪਾਂ ਗੁਰਸਿੱਖ ਲੰਘ ਗੁਰੂ ਪੇ ਜਾਈ। ਗੁਰਸਿੱਖ ਫਿਰ ਛਾਲਾ ਮਾਰਦਾ, ਉਹਦੀ ਯਾਦ। ਭੌਰੇ ਨੂੰ ਕਿਸੇ ਨੇ ਪੁੱਛਿਆ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਭੌਰੇ ਨੂੰ ਕਿਸੇ ਨੇ ਆਖਿਆ, ਉਹ ਭਲਿਆ ਤੂੰ ਚੱਲਿਆ ਵਾ ਫੁੱਲ ਦੇ ਉੱਤੇ, ਤੇ ਕੀ ਗੱਲ ਤੇਰਾ ਫੁੱਲ ਦੇ ਨਾਲ? ਆਂਦਾ ਮੇਰਾ ਪਿਆਰ ਬੜਾ ਹੈ ਫੁੱਲ ਨਾਲ। ਇੱਕ ਵਾਰ ਇਕਾਗਰਤਾ ਬਖਸ਼ੋ, ਮੇਰਾ ਪਿਆਰ ਬੜਾ ਹੈ ਫੁੱਲ ਦੇ ਨਾਲ। ਤੇ ਉਹਨੇ ਆਖਿਆ ਤੂੰ ਬਹੁਤਾ ਉੱਥੇ ਜਾ ਕੇ ਗਲਵਕੜੀਆਂ ਪਾਉਣਾ ਵਾ ਫੁੱਲ ਦੇ ਨਾਲ, ਤੇ ਤੈਨੂੰ ਪਤਾ ਅਜੇ ਤੱਕ ਤੇਰੇ ਕਿੰਨੇ ਭਰਾ ਮਰੇ ਨੇ ਉੱਥੇ ਫੁੱਲ ਦੇ ਨਾਲ ਗਲਵਕੜੀ ਪਾਈ। ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਉੱਡਣਾ ਵੀ ਆ, ਤੇ ਫੁੱਲ ਦੀਆਂ ਪੱਤੀਆਂ ਬੰਦ ਹੋ ਗਈਆਂ ਤੇ ਵਿੱਚ ਰਹਿ ਕੇ ਕਈ ਭੌਰੇ ਮਰ ਗਏ। ਤੇ ਉਹਨੇ ਅੱਗੋਂ ਹੱਸ ਕੇ ਆਖਿਆ ਜਿਹਦੇ ਨਾਲ ਮੈਂ ਪਿਆਰ ਕਰਦਾ, ਜੇ ਉਹਦੇ ਨਾਲ ਗਲਵਕੜੀ ਪਿਆ ਮਰ ਜਾਵਾਂ ਤੇ ਇਹਦੇ ਨਾਲੋਂ ਹੋਰ ਚੰਗਾ ਕੀ। ਜਿਹਦੇ ਨਾਲ ਮੈਂ ਪਿਆਰ ਕਰਦਾ, ਜੇ ਉਹ ਪਾਰ ਬੈਠਾ ਹੋਵੇ ਤੇ ਮੈਂ ਸਮੁੰਦਰ 'ਚ ਛਾਲ ਮਾਰਾਂ ਤੇ ਉਹਦੀ ਯਾਦ ਵਿੱਚ ਡੁੱਬ ਕੇ ਮਰ ਜਾ। ਧਿਆਨ ਦਿਓ,
ਆਖਰ ਤੇ ਜਦੋਂ ਮੈਂ ਸਮੁੰਦਰ 'ਚ ਡੁੱਬੂਗਾ ਤੇ ਲੋਕੀ ਆਖਿਆ ਹੀ ਕਰਨਗੇ ਨਾ ਕਿ ਗੁਰੂ ਨੂੰ ਮਿਲਣ ਗਿਆ ਡੁੱਬ ਕੇ ਮਰ ਗਿਆ, ਲੱਗ ਗਿਆ ਨਾ ਗੁਰੂ ਦੇ ਲੇਖੇ, ਆ ਗਿਆ ਨਾ ਗੁਰੂ ਦਾ ਨਾਮ ਵਿੱਚ। ਤੇ ਜੇ ਕੋਈ ਠੇਕੇ ਤੇ ਜਾਂਦਾ ਮਰ ਗਿਆ, ਮੋਇਆ ਮੰਦੀ ਸੋਏ, ਬਾਣੀ 'ਚ ਲਿਖਿਆ ਮੋਇਆ, ਮਰਨ ਤੋਂ ਬਾਅਦ ਵੀ ਉਹਦੇ ਚੇਲੇ, ਉਹਦੇ ਪੋਤਰੇ ਉਹਨਾਂ ਨੂੰ ਕੋਈ ਪੁੱਛਦੇ ਤੇਰਾ ਦਾਦਾ ਕਿਸ ਤਰ੍ਹਾਂ ਮਰਿਆ ਸੀ, ਤੇ ਗੱਲ ਟਾਲ ਜਾਂਦੇ, ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਮਰਿਆ ਸੀ, ਕਿਉਂਕਿ ਦੱਸਣਾ ਪੈਣਾ ਹੈ ਨਾ ਕਿ ਮੇਰਾ ਦਾਦਾ ਠੇਕੇ ਤੇ ਬਿਠਾ ਮਰ ਗਿਆ। ਕਿੱਡੇ ਮਾਣ ਨਾਲ ਕੋਈ ਦੱਸਦਾ ਹੈ ਕਿ ਮੇਰਾ ਬਾਪੂ ਨਨਕਾਣਾ ਸਾਹਿਬ ਗਿਆ, ਤੇ ਨਨਕਾਣਾ ਸਾਹਿਬ ਗਏ ਨੂੰ ਬੜੀ ਦੁਨੀਆ ਡੱਕਦੀ ਰਹੀ, ਭੌਰੇ ਨੂੰ ਕਹਿੰਦੇ ਰਹੇ ਕਿ ਉੱਥੇ ਮਸੰਦ ਦਾ ਬੜਾ ਵੱਡਾ ਕਬਜ਼ਾ ਹੀ, ਉਹਨੇ ਅੰਗਰੇਜ਼ਾਂ ਨਾਲ ਰਲ ਕੇ ਬੜਾ ਵੱਡਾ ਕਾਰਾ ਕਰ ਦੇਣਾ ਹੀ। ਉਹਨੇ ਕਿਹਾ ਨਹੀਂ ਉਹ ਸਜਣਾ, ਹੁਣ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ, ਜੇ ਰਹਿਣਾ ਤਾਂ ਪਿਆਰ ਟੁੱਟਦਾ ਹੈ। ਤੇ ਫਿਰ ਆਪ ਜੀ ਨੂੰ ਪਤਾ ਵਾ ਕਿ ਲੱਤਾਂ ਤਾਂ ਕਰਕੇ ਤੇ ਸਿਰ ਥੱਲੇ ਕਰਕੇ ਭਾਈ ਲక్ష్మణ ਸਿੰਘ ਨੂੰ ਪੁੱਠਾ ਟੰਗਤਾ। ਇੱਕ ਛੋਟੇ ਜਿਹੇ ਬੱਚੇ ਦੀ ਵੀ ਕਹਾਣੀ ਆਉਂਦੀ, ਇੱਕ ਇੱਕ ਪੈਸਾ ਕਿਤੇ ਜੋੜਦਾ ਰਿਹਾ ਘਰ ਦੇ ਵਿੱਚ, ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਹੋਣ ਦਿੰਦੇ ਤੇ ਕਹਿੰਦੇ ਆਓ ਜਿਹਨੇ ਕੁਰਬਾਨੀ ਲੈਣੀ ਆ, ਆਓ ਜਿਹਨੇ ਸ਼ਹੀਦੀ ਪਾਉਣੀ ਆ, ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ, ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ। ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ, ਗੱਜ ਕੇ ਇੱਕ ਵਾਰ ਬੋਲੋ ਤੇ ਸਹੀ, ਇਹ ਕਿਹਨੂੰ ਮਿਲਦੀ ਆ? ਕਰਮਾਂ ਵਾਲਿਆਂ ਨੂੰ ਮਿਲਦੀ। ਕਿਤਨਾ ਮਿਲਦੀ ਆ? ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ, ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ। ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ। ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ, ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਜਾਂਦਾ, ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ। ਤੇ ਜਦੋਂ ਲక్ష్మణ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ, ਤੇ ਇਹ ਵੀ ਮਗਰੇ ਹੀ ਦੌੜ ਪਿਆ, ਨਿੱਕਾ ਜਿਹਾ ਬੱਚਾ ਵੀ। ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਮੁੜ ਜਾ ਮੁੜ ਜਾ, ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ ਆ। ਤੇ ਕਦੀ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ, ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿੱਧਰ ਆਇਆ? ਕਹਿੰਦਾ ਮੈਂ ਸ਼ਹੀਦੀ ਲੈਣ ਆਇਆ, ਮੈਂ ਸ਼ਹੀਦੀ ਪਾਉਣੀ ਆ। ਉਹ ਕਹਿੰਦਾ ਤੈਨੂੰ ਨਹੀਂ ਮਿਲਣੀ, ਤੂੰ ਬੱਚਾ ਹੈ। ਕਹਿੰਦੇ ਕੱਢ ਕੇ ਪੈਸੇ ਜੇਬ ਵਿੱਚ ਨਾ ਮਾਸੂਮ ਜਿਹਾ ਕੱਢ ਕੇ ਕਹਿੰਦਾ ਨਹੀਂ ਮੈਂ ਮੁਫਤ ਨਹੀਂ ਲੈਣੀ, ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ, ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ। ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ। ਗੁਰੂ ਕੇ ਪਿਆਰਿਓ, ਫਿਰ ਭਾਈ ਲక్ష్మణ ਸਾਹਿਬ ਨੂੰ ਪੁੱਠਾ ਟੰਗਤਾ। ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ, ਚਲਾ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ। ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ, ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ, ਤੇ ਥੱਲੇ ਫਿਰ ਲਾਂਬੂ ਲਾਤੇ ਅੱਗ ਦੇ ਤੇ ਤੇਲ ਪਾ ਕੇ ਚਿਰੜ ਚਿਰੜ ਕਰਦਾ ਭਾਈ ਲక్ష్మణ ਸਿੰਘ ਸਾਹਿਬ ਜਦੋਂ ਲੱਟ ਲੱਟ ਬਲਦਾ ਹੋਊਗਾ। ਤੇ ਫਿਰ ਵੀ ਕਹਿੰਦਾ ਸੀ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ ਹੋ। ਹੁਣ ਅਗਲੇ ਬਚਨ ਸੁਣੋ। ਪਿਜੋ ਸਿਜੋ ਕੰਬਲੀ ਅਲ ਹੈ ਵਰਸੋ ਮੇ ਹੋ। ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ। ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ। ਇਹ ਪ੍ਰੇਮ ਜੇ ਪ੍ਰੇਮ, ਸਿੱਖੀ ਨਾਲ ਪ੍ਰੇਮ। ਆ ਛੋਟੇ ਛੋਟੇ ਬੱਚਿਆਂ 'ਚ ਕੈਂਚੀ ਫੇਰਨ ਵਾਲਿਓ ਸਿਰਾਂ ਦੇ ਵਿੱਚ, ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਹੈ ਕਿ ਕੇਸ ਤੇਰੇ ਸੀ? ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ, ਕਿਉਂ ਜਿੰਦ ਵਾਰਦਾ ਹੈ? ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ, ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ ਹੈ, ਇਹ ਚੀਜ਼ ਮੇਰੀ ਨਹੀਂ। ਧਿਆਨ ਦਿਓ, ਇਹ ਚੀਜ਼ ਇਹ ਕਹਦੀ ਆ, ਇਹ ਮੇਰੇ ਗੁਰੂ ਦੀ ਮੋਹਰ ਆ, ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ। ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ। ਉਸ ਮਾਂ ਨੂੰ ਪੁੱਛੋ 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿੱਚ ਪੜ੍ਹੀ, ਆਪਣੇ ਅੰਦਰ ਝਾਤੀ ਮਾਰੋ, ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ, ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ। ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿੱਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ
ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ, ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ। ਧਿਆਨ ਦਿਓ, ਇੱਕ ਵਾਰ ਆਖੋ ਸਤਨਾਮ ਸ੍ਰੀ। ਇਹਨਾਂ ਮੁੜ ਕੇ ਅੱਜ ਨਹੀਂ ਆਉਣਾ, ਅੱਜ ਮਿਲਣਾ ਆਖਰੀ ਵਾਰ। ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ, ਉਹਨੇ ਕਿਤਾਬ ਲਿਖੀ ਆ, ਕਦੀ ਘਰ ਘਰ ਲਿਆ ਕੇ ਪੜ੍ਹੇ। ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ। ਕੀ ਆ ਨਾਮ ਹੈ? ਕਦੀ ਪੰਜਾਬ ਤੋਂ ਮੰਗਵਾਇਓ, ਇੱਥੇ ਗੁਰਦੁਆਰੇ ਲਿਆ ਕੇ ਵੰਡਿਓ, ਪੜ੍ਹਿਓ ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ। ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿੱਚ ਸੁੱਤੇ ਹੋਏ ਪੁੱਤਾਂ ਨੂੰ, ਲਾਡਲਿਆਂ ਨੂੰ, ਪੋਤਰਿਆਂ ਨੂੰ ਆਖਿਆ, ਉੱਠੋ ਮੇਰੇ ਲਾਲ ਕੇ ਲਾਲੋ, ਉੱਠੋ मेरे लाल के लालो, तुझे कंगा तो करा दूं, कंगा करके सीस पे छोटी सी पगड़ी सजा दूं, ऊपर छोटी सी कलगी लगा दूं, मौत से विवाह कराने से पहले मेरे बच्चों तुझे दुल्हा तो बना दूं। मौत नाल विवाह करन चले जे, किते रोंदे ना जायो, ये गाउंदे जायो, भिजो सिजो कंबली, भिजो सिजो कंबली, भिजो सिजो कंबली, गज के भिजो सिजो कंबली, अल्लाह वर्षे में हो, अल्लाह वर्षे में हो, अल्लाह वर्ष में हो, अल्लाह वर्ष में हो। पुत गाउंदे जायो, मोहे मरने का चाओ है, मोहे मरने का चाओ है, मोहे मरने का चाओ है, मोहे मरने का चाओ है। जिन्हां नूं ओ पता लग गया कि प्रेम विच रब बैठा है, जिन प्रेम कियो फिर सजणो कंबली दी थोड़ी परवाह करदे ने, फिर ओ चिक्कड़ दा थोड़ा परवाह करदे ने, फिर उन्हां नूं ए थोड़ा आखिया जांदा कि तेरा पुੱਤ 18 साल दा ते तू 55 साल दा। 18 साल दी मक्खण वर्गी दे तेरे पुੱਤ दी ते 55 साल दी तेरी मक्खण वर्गी दे। भाई शबेग सिंह आ सिੱਖੀ सिੱਖੀ दी रट बड़ी लाउणा वा, ओ चरखड़ी वेखियो, आंदा वेखी आ, तेनू पता वा कि मक्खणा नाल पाले पुੱਤ ਨੂੰ ਜਦੋਂ ਅਸੀਂ चरखड़ी ਦੇ ਉੱਤੇ ਬੱਧਾ ਤੇ ਨਾਲ ਤੈਨੂੰ ਬੱਧਾ ਤੇ ਇਤਨਾ चरखड़ी ਸਾਡੀ ਘੁੰਮ ਗਈ, ਐੜੇ ਐੜੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਤੇ ਜਦੋਂ ਖੁਵੇ ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲੈ। ਸਿੱਖੋ ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਂਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ ਹੈ, ਮੈਨੂੰ ਸਜ਼ਾ ਦੇਣ ਲੱਗਾ ਹੈ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ, ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਨ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਬਾਜ਼ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ 'ਚ, ਲੱਤਾਂ 'ਚ, ਪੱਟਾਂ 'ਚ ਖੁੱਭ ਰਹੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ, ਸਿਰ ਜਾਏ ਤਾਂ मेरा सिखी सिदक ना जाए। इतना ना पढ़ो, अज एतवार के दीवान विच आनंद दे दियो एक बार, रोस विच आण के, अबीर रस विच आण के, सिर जाए तां जाए मेरा सिखी सदक ना जाए, सिर जाए ता जाए मेरा सिखी सिदक ना जाए, सिखी सिदक ना जाए, सिखी सिदक ना जाए, सिखी सिदक ना जाए, सिखी सिदक ना जाए। फिर लहू दे फुहारे छुट्टे, प्यो दी जिंद निकलदी निकलदी पुੱਤ ਦੇ ਮੂੰਹ ਵੱਲ ਵੇਖ ਰਹੀ ਆ ਤੇ ਪਿਓ ਪੁੱਤ ਵੱਲ ਵੇਖ ਕੇ ਕਹਿ ਰਿਹਾ ਧੰਨ ਸਿੱਖੀ, ਤੇ ਪੁੱਤ ਪਿਓ ਨੂੰ ਵੇਖ ਕੇ ਕਹਿ ਰਿਹਾ ਧੰਨ ਸਿੱਖੀ। ਮੇਰੇ ਪਿਤਾ ਜੀ ਤੁਸੀਂ ਧੰਨ ਜੇ, ਸਿੱਖੀ 'ਚ ਪੂਰੇ ਉਤਰੇ ਹੋ ਬਜ਼ੁਰਗ ਹੋ ਕੇ ਵੀ, ਤੇ ਬਜ਼ੁਰਗ ਪਿਓ ਕਹਿ ਰਿਹਾ ਵਾ ਮੇਰੇ ਪੁੱਤਰਾ ਤੂੰ ਨੌਜਵਾਨ ਹੋ ਕੇ ਇਹ ਚਰਖੜੀ ਦੇ ਦੰਦਿਆਂ ਤੇ ਬਹਿ ਕੇ ਸਿੱਖੀ ਨਿਭਾਈ ਆ, ਤੇਰੀ ਧੰਨ ਸਿੱਖੀ। कदी इना ध्यान दियो एकाग्रता। भिजो सिजो कंबली अल्लाह वरसे मैं हूं। आगे जी, जाए मिला तिना सजना टूटो नाही ने हो, जावा उस मालक दे चरना विच जावा, दर्शन दीदार करा, अपने मालक नूं मिला, गलवकड़ियां पावां। जेड़ी मेरी भुख आ, भवरे दी भुख आ, वासना भवरे दी भुखी आ वासना, मगर असी किस तरह दे भवरे बन गए, असी फुल्लां दे प्रेमी बन गए, वासना दे नहीं। आखो सतनाम श्री। फर्क समझ लिया?
ਫਰਕ ਸਮਝ ਲਿਆ ਕਿ ਨਹੀਂ? ਆਪਾਂ ਘਰ ਘਰ ਦੇ ਵਿੱਚ ਗੁਲਦਸਤੇ ਐਡੇ ਐਡੇ ਫੁੱਲਾਂ ਦੇ ਲਿਆ ਕੇ ਰੱਖੇ ਨੇ, ਤੇ ਕਿਸੇ ਭੌਰੇ ਨੂੰ ਆਖੋ ਕਿੱਧਰ ਚੱਲਿਆ? ਕਹਿੰਦਾ ਮੈਂ ਫੁੱਲਾਂ ਦੀ ਫੁਲਵਾੜੀ ਚੱਲਿਆ। ਕਹਿੰਦਾ ਕੀ ਲੈਣ? ਕਹਿੰਦਾ ਮੈਨੂੰ ਫੁੱਲਾਂ ਨਾਲ ਪਿਆਰ ਆ, ਫੁੱਲਾਂ ਦੀ ਸੁਗੰਧੀ ਨਾਲ ਪਿਆਰ ਆ। ਤੇ ਤੁਸੀਂ ਆਖੋ ਆ ਜਾ ਕੋਈ ਗੱਲ ਨਹੀਂ, ਅੱਜ ਮੇਰੇ ਘਰ ਚੱਲ, ਮੇਰੇ ਘਰ ਵੀ ਬੜੇ ਫੁੱਲ ਨੇ। ਧਿਆਨ ਦਿਓ, ਮੇਰੇ ਘਰ ਵੀ ਬੜੇ ਫੁੱਲ ਨੇ। ਤੇ 4 ਚਫੇਰੇ ਘੁੰਮ ਕੇ ਚੱਲ ਜੂਗਾ, ਉਹਨੇ ਉਹਨਾਂ ਫੁੱਲਾਂ ਵੱਲ ਵੇਖਣਾ ਹੀ ਨਹੀਂ, ਕਿਉਂਕਿ ਉਹਨੂੰ ਪੁੱਛਿਆ ਮੁੰਨ ਲੱਗੇ ਨੂੰ, ਮੁੜ ਚੱਲਿਆ ਵਾਂ, ਉੱਥੇ ਕੋਈ ਅਲੋਕਾਰ ਗੁਲਾਬ ਦੇ ਫੁੱਲ ਨਹੀਂ ਆਵੇ, ਕਿਹੜੇ ਕਿਹੜੇ ਸੁੰਦਰ ਗੁਲਾਬ ਦੇ ਫੁੱਲ ਨੇ। ਉਹਨੇ ਕਿਹਾ ਸੱਜਣਾ ਇਹ ਫੁੱਲ ਬਨੋਟੀ ਨੇ, ਇਹਨਾਂ ਵਿੱਚ ਕੁਝ ਨਹੀਂ। ਜਿਹੜੀਆਂ ਸਾਡੇ ਘਰਾਂ ਵਿੱਚ ਵੀ ਬਾਬਿਆਂ ਦੀਆਂ ਫੋਟੋ ਲੱਗੀਆਂ ਨੇ ਨਾ, ਕਰਮਾਂ ਵਾਲਾ ਗੁਰੂ ਦਾ ਸਿੱਖ ਇਹਨਾਂ ਬਾਬਿਆਂ ਵੱਲ ਨਹੀਂ ਵੇਂਦਾ, ਕਿਉਂਕਿ ਉਹਨਾਂ ਦੇ ਵਿੱਚ ਸੁਗੰਧੀ ਨਹੀਂ। ਸੁਗੰਧੀ ਆ ਤੇ ਕੇਵਲ ਜਾਗਦੇ ਜੋਗ ਤੇ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਕ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ, ਰਸੀਆ ਹੋਵੇ ਮੁਸ਼ਕ ਕਾ, ਬੋਲੋ ਰਸੀਆ ਹੋਵੇ ਤਬ ਫੂਲ ਪਛਾਣੇ। ਜੇ ਕੋਈ ਜੀਵ ਆਤਮਾ ਪ੍ਰੇਮੀ ਹੋਵੇ ਵਾਸ਼ਨਾ ਦੀ, ਤੇ ਉਹ ਆਖੂਗੀ ਇਹ ਗੁੱਟੇ ਦਾ ਫੁੱਲ ਆ, ਇਹ ਚਮੇਲੀ ਦਾ ਫੁੱਲ ਆ, ਇਹ ਫਲਾਣੇ ਦਾ ਫੁੱਲ ਆ। ਤੇ ਜੇ ਵਾਸ਼ਨਾ ਦਾ ਨਾ ਪ੍ਰੇਮੀ ਹੋਇਆ, ਕੇਵਲ ਫੁੱਲ ਦਾ ਹੋਇਆ, ਤੇ ਆਖੂ ਇਹ ਫੁੱਲ ਨੇ। ਇਸ ਕਰਕੇ ਗੁਰੂ ਦੇ ਪਿਆਰਿਓ, ਵਾਸ਼ਨਾ ਨਾਲ ਪ੍ਰੇਮ ਕਰਨਾ ਹੈ, ਉਹ ਵਾਸ਼ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਆ। ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮਿਲਦੀ ਆ। ਦੁਨੀਆ ਤੇ ਕੋਈ ਪੀਰ, ਕੋਈ ਪਕੰਬਰ, ਕੋਈ ਦੇਵਤਾ ਜਿਹਦੀ ਪੂਜਾ ਕਰਨ ਨੂੰ ਆਪ ਜੀ ਨੂੰ ਨਹੀਂ ਕਿਹਾ। ਇੱਕੋ ਹੀ ਗੱਲ ਆਪ ਜੀ ਨੂੰ ਗੁੜਤੀ ਦੇ ਵਿੱਚ ਪਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਆਖ ਦਿਓ ਇੱਕ ਵਾਰ ਗੁਰਾ ਇੱਕ ਦੇਹ ਬਜਾਈ। ਜੀਆਂ ਕਾ ਇੱਕ ਦਾਤਾ ਸੋ ਮੈਂ। ਉਸ ਗੁਰੂ ਦੇ ਲੜ ਲੱਗੋ ਜਿਹੜਾ ਸਾਰੇ ਸੰਸਾਰ ਦਾ ਪਿਓ ਆ, ਸਾਰੇ ਸੰਸਾਰ ਦਾ ਪਿਤਾ ਹੈ। ਮੇਰੀ ਹੱਥ ਜੋੜ ਕੇ ਆਪ ਜੀ ਸਾਰਿਆਂ ਨੂੰ ਬੇਨਤੀ ਜੇ, ਅਗਲੇ ਐਤਵਾਰ ਇਸ ਵੇਲੇ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਅੰਮ੍ਰਿਤ ਵੇਲੇ 7 ਵਜੇ ਦਾ ਟਾਈਮ ਰੱਖ ਦੇਣਾ ਹੈ, ਕਿਉਂਕਿ ਦੀਵਾਨ ਲੱਗਣ ਤੋਂ ਪਹਿਲੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਏ। ਮੇਰੀ ਹੱਥ ਜੋੜ ਕੇ ਬੱਚੀਆਂ, ਵੀਰਾਂ, ਗੁਰਸਿੱਖਾਂ ਸਾਰਿਆਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ। ਗੁਰਸਿੱਖ ਪਿਆਰਿਓ, ਇਹ ਫਰਜ਼ ਸਮਝੋ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ। ਆਪ ਅੰਮ੍ਰਿਤ ਛਕਿਆ ਜੇ, ਤੇ ਦੱਸੋ ਸੰਸਾਰ ਦੇ ਲੋਕਾਂ ਨੂੰ ਇਹ ਅੰਮ੍ਰਿਤ ਬੜਾ ਮਿੱਠਾ ਹੈ। ਦੱਸੋ ਸੰਸਾਰ ਦੇ ਲੋਕਾਂ ਨੂੰ ਕਿ ਅੰਮ੍ਰਿਤਧਾਰੀ ਸਿੱਖ ਦਾ ਜੀਵਨ ਹੋਵੇ ਜਨਮ ਸੁਹੇਲਾ, ਅਸੀਂ ਸੁਖੀ ਹਾਂ। ਲੋਕਾਂ ਨੂੰ ਦੱਸੋ ਕਿ ਅਸੀਂ ਅੰਮ੍ਰਿਤ ਜਿੱਦਣ ਦਾ ਛਕਿਆ ਵਾ, ਸਾਡੇ ਘਰ ਵਿੱਚੋਂ 100 ਵਹਿਵਤਾਂ ਨਿਕਲ ਗਈਆਂ, ਸਾਡੇ ਘਰਾਂ ਵਿੱਚੋਂ ਬਿਮਾਰੀਆਂ ਨਿਕਲ ਗਈਆਂ, ਸਾਡੇ ਘਰਾਂ ਵਿੱਚੋਂ ਪਰੇਸ਼ਾਨੀਆਂ ਨਿਕਲ ਗਈਆਂ। ਸੰਸਾਰ ਦੇ ਲੋਕਾਂ ਨੂੰ ਪ੍ਰੇਰੋ, ਹੋਰ ਨੇਮੀਆਂ ਪ੍ਰੇਮੀਆਂ ਨੂੰ ਪ੍ਰੇਰੋ। ਮੇਰੇ ਸਤਿਗੁਰੂ ਕਿਰਪਾ ਕਰਨ ਕਲਗੀਆਂ ਵਾਲੇ ਪਾਤਸ਼ਾਹ ਕਿ ਉਹ ਦਿਨ ਆਪਾਂ ਵੱਡੀ ਗਿਣਤੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਧੀਆਂ ਪੁੱਤ ਬਣੀਏ, ਤੇ ਮੇਰੇ ਸਤਿਗੁਰੂ ਦੀਆਂ ਅਸੀਸਾਂ ਲਈਏ। ਪ੍ਰਚਾਰ ਕਰਨ ਦਾ, ਕਥਾ ਕਰਨ ਦਾ। ਸੰਤ ਬਾਬਾ ਹਰਦੇਵ ਸਿੰਘ ਲੂਲੋ ਕਲਾਂ ਵਾਲੇ ਇੱਕ ਦਿਨ ਬਚਨ ਕਿਸੇ ਦੀ ਕੈਸਟ ਵਿੱਚ ਮੈਂ ਸੁਣ ਰਿਹਾ ਸਾਂ, ਉਹ ਕਹਿੰਦਾ ਕਣਕ ਤੇ ਬੜੀ ਬੀਜਦੀ ਦੀ, ਉੱਗ ਵੀ ਬੜੀ ਪੈਂਦੀ, ਵੱਢ ਵੀ ਬੜੀ ਲਈਦੀ, ਮਗਰ ਪਤਾ ਤੇ ਉਦਣ ਲੱਗਣਾ ਜਿੱਦਣ ਬੋਲ ਕਿੰਨਾ ਕੁ ਲੱਗਦਾ ਹੈ। ਕਥਾ ਤਾਂ ਸੁਣ ਲਈ, ਕੀਰਤਨ ਦਰਬਾਰ ਤੇ ਕਰਾ ਲੈ, ਪਤਾ ਉਦਣ ਲੱਗਣਾ ਗੁਰਮੁਖੋ ਪਿਆਰਿਓ, ਜਿੱਦਣ ਇਹ ਪਤਾ ਲੱਗੇ ਕਿ 15 ਦਿਨਾਂ ਦੀ ਕਥਾ ਤੇ ਕੀਰਤਨ ਦੇ ਵਿੱਚੋਂ ਕਿੰਨੇ ਗੁਰੂ ਦੇ ਸਿੱਖ ਸੱਜੇ ਨੇ। ਇਸ ਕਰਕੇ ਆਪ ਆਇਓ ਤੇ ਹੋਰਨਾਂ ਨੂੰ ਪ੍ਰੇਰਿਓ, ਸੰਦੇਸ਼ਾ ਦਿਓ ਕਿ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਭੁੱਲਾਂ ਨਾ ਚਤਾਰਨੀਆਂ, ਵੱਡੀ ਗਿਣਤੀ ਵਿੱਚ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।